Like the video, subscribe to the channel and press the bell icon for latest video updates। करके ਇਹ ਗੱਲ ਸਪਸ਼ਟ ਹੈ ਕਿ ਅੱਜ ਦੇ ਸਮੇਂ 'ਚ ਕਿਉਂਕਿ ਮੈਂ ਟੌਪ ਵੇਲੇ ਤੋਂ ਵੀ ਕੰਮ ਕੀਤਾ ਹੈ ਉਦੋਂ ਇਦਾਂ ਦੀ ਦਖਲਅੰਦਾਜ਼ੀ ਉਦੋਂ ਇਦਾਂ ਦਾ ਪ੍ਰਭਾਵ ਜਿਹੜਾ ਹੈ ਡਾਇਰੈਕਟ ਬਾਦਲ ਪਰਿਵਾਰ ਦਾ ਨਹੀਂ ਸੀ ਹੁੰਦਾ ਜਿਹੜਾ ਅੱਜ ਹੈਗਾ। ਅੱਛਾ ਜੀ। ਉਦੋਂ ਸ਼ਾਇਦ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਪਣੀ ਲੀਡਰਸ਼ਿਪ ਹੈ ਟੌੜਾ ਸਾਹਿਬ ਦੀ ਉਹ ਡਾਇਰੈਕਟ ਇੰਨੀ ਵੱਡੀ ਸ਼ਖਸੀਅਤ ਸੀ ਕਿ ਕੋਈ ਵੀ ਉਹਨਾਂ ਨੂੰ ਇਨਫਲੂਐਂਸ ਨਹੀਂ ਸੀ ਕਰ ਸਕਦਾ ਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਥੰਬਲੇ ਵਜੋਂ ਸੰਭਾਲ ਕੇ ਬੈਠੇ ਹੋਏ ਸੀਗੇ। ਹਾਂਜੀ ਹੋਇਆ ਕਿ ਜਦੋਂ ਟੌੜਾ ਸਾਹਿਬ ਦੇ ਨਾਲ ਹੁੰਦਾ ਤੇ ਫਿਰ ਹਰੇਕ ਜਿਹੜੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਖਰੇ ਵੱਖਰੇ ਤਰ੍ਹਾਂ ਦੇ ਆਏ ਤੇ ਜਿਹੜੇ ਬਾਦਲ ਦੀ ਚੁਆਇਸ ਵਜੋਂ ਆਏ। ਹਾਂਜੀ ਸਰ ਗੁਰਚਰਨ ਸਿੰਘ ਟੌੜਾ ਬਾਦਲ ਦੀ ਚੁਆਇਸ ਨਹੀਂ ਸੀ ਹੁੰਦੇ, ਉਹ ਆਪਣੇ ਕੱਦ ਕਾਠ ਕਰਕੇ ਪ੍ਰਧਾਨ ਬਣਦੇ ਸੀ। ਮਤਲਬ ਆਪਣੇ ਆਪ 'ਚ ਇੰਡੀਪੈਂਡੈਂਟ ਸ਼ਖਸੀਅਤ ਸੀ ਟੌੜਾ ਸਾਹਿਬ ਮਤਲਬ ਹੈ ਨਾ। ਉਸ ਤੋਂ ਬਾਅਦ ਜਿਹੜੇ ਵੀ ਪ੍ਰਧਾਨ ਆਏ ਉਹ ਬਾਦਲ ਪਰਿਵਾਰ ਦੀ ਚੁਆਇਸ ਮੁਤਾਬਕ ਆਏ, ਅਕਾਲੀ ਦਲ ਦੀ ਚੁਆਇਸ ਮੁਤਾਬਕ ਆਏ ਤੇ ਨੈਚੁਰਲੀ ਹੈ ਉਹ ਫਿਰ ਉਹ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਡੋਮੀਨੇਟ ਕਰਦਾ। ਉਹਦਾ ਜਿਹੜਾ ਤੁਸੀਂ ਪ੍ਰਤੱਖ ਪ੍ਰਮਾਣ ਨੇ ਕਿ ਸੋਧੇ ਸਾਧ ਨੂੰ ਅਕਾਲ ਤਖਤ ਸਾਹਿਬ ਤੋਂ ਮਾਫੀ ਮਿਲ ਜਾਣੀ, ਇਸ ਤੋਂ ਵੱਡਾ ਜਿਹੜਾ ਪ੍ਰਮਾਣ ਹੋਰ ਨਹੀਂ ਦਿੱਤਾ ਜਾ ਸਕਦਾ। ਦੇਖੋ ਗੱਲ ਉਹੀ ਹੈ, ਜਦੋਂ ਤੁਹਾਡੇ ਛੋਟੇ ਛੋਟੇ ਪੋਲੀਟੀਕਲ ਮਫਾਦ ਹੁੰਦੇ ਨੇ ਨਾ, ਹੁਣ ਅਸੀਂ ਇੰਟਰਸਟ ਕੀ ਹੈ, ਇੰਟਰਸਟ ਧਰਮ ਦੀ ਜਿਹੜੀ ਹੈ ਪ੍ਰਭੂ ਸੱਤਾ ਕਾਇਮ ਕਰਨੀ ਕਿ ਸਿਆਸਤ 'ਚ ਆਪਣੀ ਪ੍ਰਭੂ ਸੱਤਾ ਕਾਇਮ ਕਰਨੀ, ਤੁਹਾਡਾ ਪ੍ਰਾਈਮ ਇਸ਼ੂ ਕੀ ਹੈ। ਜੇ ਤੁਹਾਡਾ ਪ੍ਰਾਈਮ ਇਸ਼ੂ ਸਿਆਸਤ ਨੂੰ ਚਮਕਾਉਣਾ ਹੈ ਤੇ ਫਿਰ ਨੈਚੁਰਲੀ ਗੱਲ ਕਿ ਬਾਕੀ ਸਾਰੀਆਂ ਚੀਜ਼ਾਂ ਨੂੰ ਟੂਲ ਵਜੋਂ ਵਰਤੋਗੇ ਤੇ ਜੇ ਤੁਹਾਡਾ ਮਤਲਬ ਕਿ ਧਰਮ ਦੀ ਜਿਹੜੀ ਹੈ ਉਹ ਜੈ ਜੈਕਾਰ ਹੋਵੇ ਹਨਾ ਤੇ ਉਹ ਫਿਰ ਤੁਸੀਂ ਸਿਆਸਤ ਜਾਂ ਹੋਰ ਚੀਜ਼ਾਂ ਨੂੰ ਟੂਲ ਵਜੋਂ ਵਰਤੋਗੇ। ਅੱਜ ਜਿਹੜਾ ਹੈ ਸਿਸਟਮ ਜਿਹੜਾ ਸਿਆਸਤ ਦਾ ਸਿਸਟਮ ਜਿਹੜਾ ਉਹ ਧਰਮ ਨੂੰ ਵਰਤ ਰਿਹਾ। ਅੰਮ੍ਰਿਤਸਰ ਸਰ ਜਸਵਿੰਦਰ ਸਿੰਘ ਐਡਵੋਕੇਟ ਜੀ ਜੋ ਕਿ ਸਾਬਕਾ ਐਸਜੀਪੀ ਮੈਂਬਰ ਰਹੇ ਹੈਗੇ ਆ ਕਈ ਸਾਲ ਤੇ ਕਨਵੀਨਰ ਹੈਗੇ ਆ ਅਕਾਲ ਪੁਰਖੀ ਫੌਜ ਆਰਗੇਨਾਈਜੇਸ਼ਨ ਦੇ। ਇਹਨਾਂ ਨਾਲ ਖਾਸ ਤੌਰ ਤੇ ਜਦੋਂ ਵੀ ਅਸੀਂ ਬਾਹਰ ਕਿਤੇ ਮੈਂ ਜਾਂਦਾ ਹੈਗਾ ਪੰਜਾਬ ਵਿੱਚ ਆਮ ਬੰਦਿਆਂ ਨੂੰ ਮਿਲਦਾ, ਪਿੰਡਾਂ ਵਿੱਚ ਮਿਲਦਾ, ਸ਼ਹਿਰਾਂ ਵਿੱਚ ਆਮ ਤੌਰ ਤੇ ਇਹ ਸੁਣਦਾ ਹੈਗਾ ਜੀ ਐਸਜੀਪੀਸੀ ਤੇ ਬਾਦਲਾਂ ਦਾ ਕਬਜ਼ਾ ਹੈਗਾ। ਇੱਕ ਤਾਂ ਇਹਨਾਂ ਦੇ ਪੁੱਛਣਾ ਕਿ ਬਾਦਲਾਂ ਦਾ ਸੱਚਮੁੱਚ ਕਬਜ਼ਾ ਹੈਗਾ ਕਿ ਕਿਵੇਂ ਕਬਜ਼ਾ ਕੀਤਾ ਹੈਗਾ ਜੀ। ਦੂਸਰਾ ਐਸਜੀਪੀਸੀ ਦੀ ਜਿਹੜੀ ਹੈਗੀ ਤੁਹਾਨੂੰ ਪਤਾ ਹੈਗਾ 267 ਪਾਵਨ ਸਰੂਪ ਬੜੇ ਅਜੀਬ ਤਰੀਕੇ ਨਾਲ ਉਹ ਉੱਥੋਂ ਗਾਇਬ ਹੋ ਗਏ ਸੀ। ਇਹ ਪੂਰਾ ਕੀ ਘਟਨਾਕ੍ਰਮ ਹੈਗਾ, ਹੋਰ ਇਦਾਂ ਦੀਆਂ ਅਸੀਂ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਜਸਵਿੰਦਰ ਸਿੰਘ ਜੀ ਸਾਡੇ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾ ਤਾਂ ਸਵਾਲ ਜਿਹੜਾ ਆਮ ਤੌਰ ਤੇ ਲੋਕੀ ਕਰਦੇ ਹੈਗੇ ਆ ਜਾਂ ਸੁਣਦੇ ਹੈਗੇ ਆ ਕਿ ਐਸਜੀਪੀਸੀ ਵਿੱਚ ਸੱਚਮੁੱਚ ਬਾਦਲਾਂ ਦਾ ਕਬਜ਼ਾ ਹੈਗਾ, ਜੇ ਕਬਜ਼ਾ ਹੈ ਤਾਂ ਕਿਵੇਂ ਕਬਜ਼ਾ ਹੈਗਾ, ਜੇ ਨਹੀਂ ਹੈਗਾ ਤਾਂ ਲੋਕੀ ਕਿਉਂ ਕਹਿੰਦੇ ਹੈਗੇ। ਦੇਖੋ ਸਾਰਿਆਂ ਨਾਲ ਪਹਿਲੀ ਗੱਲ ਤੇ ਹੈਗੀ ਹੈ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਲੜਨ ਵੇਲੇ ਜਦੋਂ ਪੋਲੀਟੀਕਲ ਪਾਰਟੀਆਂ ਆਪਣੇ ਬੰਦਿਆਂ ਨੂੰ ਟਿਕਟਾਂ ਦੇ ਕੇ ਖੜੀਆਂ ਕਰਦੀਆਂ ਨੇ, ਇਹ ਗੱਲ ਤਾਂ ਉਸੇ ਦਿਨ ਸਾਬਤ ਹੋ ਜਾਂਦੀ ਹੈ ਕਿ ਜਦੋਂ ਉਹਨਾਂ ਦਾ ਬੰਦਾ ਜਿੱਤ ਕੇ ਆਏਗਾ ਤੇ ਉਸ ਪਾਰਟੀ ਦੇ ਪਾਲਿਸੀ ਪ੍ਰੋਗਰਾਮ ਜਾਂ ਪਾਰਟੀ ਦੇ ਪ੍ਰਧਾਨ ਦੇ ਕੇ ਅਨੁਸਾਰ ਹੀ ਕੰਮ ਕਰੇਗਾ। ਕਿਉਂਕਿ ਇੰਡੀਪੈਂਡੈਂਟ ਜਿਹੜੀ ਹੈ ਉਹ ਧਰਮ ਦੇ ਮਾਮਲੇ ਦੇ ਵਿੱਚ ਰੱਖਣ ਨਹੀਂ ਦਿੱਤੀ ਜਾਂਦੀ ਹੈ। ਤਾਂ ਗੱਲ ਸਾਰਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਸ਼ੈਲੀ ਤੋਂ ਹੀ ਪਤਾ ਲੱਗ ਜਾਂਦਾ। ਇਸ ਕਰਕੇ ਇਹ ਗੱਲ ਸਪਸ਼ਟ ਹੈ ਕਿ ਅੱਜ ਦੇ ਸਮੇਂ 'ਚ ਕਿਉਂਕਿ ਮੈਂ ਟੌਪ ਵੇਲੇ ਤੋਂ ਵੀ ਕੰਮ ਕੀਤਾ ਹੈ, ਉਦੋਂ ਇਦਾਂ ਦੀ ਦਖਲਅੰਦਾਜ਼ੀ ਉਦੋਂ ਇਦਾਂ ਦਾ ਪ੍ਰਭਾਵ ਜਿਹੜਾ ਹੈ ਡਾਇਰੈਕਟ ਬਾਦਲ ਪਰਿਵਾਰ ਦਾ ਨਹੀਂ ਸੀ ਹੁੰਦਾ ਜਿਹੜਾ ਅੱਜ ਹੈਗਾ। ਉਦੋਂ ਸ਼ਾਇਦ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਪਣੀ ਲੀਡਰਸ਼ਿਪ ਹੈ ਟੌੜਾ ਸਾਹਿਬ ਦੀ ਉਹ ਡਾਇਰੈਕਟ ਇੰਨੀ ਵੱਡੀ ਸ਼ਖਸੀਅਤ ਸੀ ਕਿ ਕੋਈ ਵੀ ਉਹਨਾਂ ਨੂੰ ਇਨਫਲੂਐਂਸ ਨਹੀਂ ਸੀ ਕਰ ਸਕਦਾ ਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਥੰਬਲੇ ਵਜੋਂ ਸੰਭਾਲ ਕੇ ਬੈਠੇ ਹੋਏ ਸੀਗੇ। ਹੋਇਆ ਕਿ ਜਦੋਂ ਟੌੜਾ ਸਾਹਿਬ ਦੇ ਨਾਲ ਹੁੰਦਾ ਤੇ ਫਿਰ ਹਰੇਕ ਜਿਹੜੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਖਰੇ ਵੱਖਰੇ ਤਰ੍ਹਾਂ ਦੇ ਆਏ ਤੇ ਜਿਹੜੇ ਬਾਦਲ ਦੀ ਚੁਆਇਸ ਵਜੋਂ ਆਏ।
ਤਾਂ ਗੁਰਚਰਨ ਸਿੰਘ ਟੌੜਾ ਬਾਦਲ ਦੀ ਚੁਆਇਸ ਨਹੀਂ ਸੀ ਹੁੰਦੇ, ਉਹ ਆਪਣੇ ਕੱਦ ਕੱਟ ਕਰਕੇ ਪ੍ਰਧਾਨ ਬਣਦੇ ਸੀ। ਮਤਲਬ ਆਪਣੇ ਆਪ 'ਚ ਇੰਡੀਪੈਂਡੈਂਟ ਸ਼ਖਸੀਅਤ ਸੀ ਟੌਹੜਾ ਸਾਹਿਬ, ਮਤਲਬ ਹੈ ਨਾ। ਉਸ ਤੋਂ ਬਾਅਦ ਜਿਹੜੇ ਵੀ ਪ੍ਰਧਾਨ ਆਏ ਉਹ ਬਾਦਲ ਪਰਿਵਾਰ ਦੀ ਚੁਆਇਸ ਮੁਤਾਬਕ ਆਏ, ਅਕਾਲੀ ਦਲ ਦੀ ਚੁਆਇਸ ਮੁਤਾਬਕ ਆਏ, ਤੇ ਨੈਚੁਰਲੀ ਹੈ ਉਹ ਫਿਰ ਉਹ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਡੋਮੀਨੇਟ ਕਰਦਾ। ਉਹਦਾ ਜਿਹੜਾ ਤੁਸੀਂ ਪ੍ਰਤੱਖ ਪ੍ਰਮਾਣ ਨੇ ਕਿ ਸੌਦੇ ਸਾਧ ਨੂੰ ਅਕਾਲ ਤਖਤ ਸਾਹਿਬ ਤੋਂ ਮਾਫੀ ਮਿਲ ਜਾਣੀ, ਇਸ ਤੋਂ ਹਾਂਜੀ। ਵੱਡਾ ਜਿਹੜਾ ਪ੍ਰਮਾਣ ਹੋਰ ਨਹੀਂ ਦਿੱਤਾ ਜਾ ਸਕਦਾ। ਹਾਂਜੀ ਹਾਂਜੀ। ਅੱਛਾ, ਇੱਕ ਦੋ ਗੱਲਾਂ ਮੈਨੂੰ ਆਉਂਦੀਆਂ ਹੈਗੀਆਂ ਮੇਰੇ ਮਾਈਂਡ ਵਿੱਚ। ਮੰਨ ਲਓ ਚਲੋ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਮੈਂਬਰਾਂ ਦੀ ਬਹੁਮਤ ਹੈਗੀ ਆ, ਕਿਉਂਕਿ ਧਾਰਮਿਕ ਬੋਡੀ ਹੈਗੀ ਆ, ਜੇ ਇਹਦੇ ਵਿੱਚ ਤੁਸੀਂ ਪ੍ਰਧਾਨ ਬਣਾਉਣਾ ਜਿਹੜਾ ਵਾਕਿਆ ਹੀ ਉੱਚੇ ਸੁੱਚੇ ਕਿਰਦਾਰ ਦਾ ਹੋਵੇ, ਜੋ ਰਿਕੁਆਇਰਮੈਂਟ ਹੈਗੀ ਆ ਗੁਰੂ ਹਰਗੋਬਿੰਦ ਸਾਹਿਬ ਨੇ ਕਿਵੇਂ ਮੀਰੀ ਪੀਰੀ ਦਾ ਕਨਸੈਪਟ ਦਿੱਤਾ ਹੈਗਾ, ਉਹਦੇ ਤੋਂ ਅਸੀਂ ਪਰੇ ਕਿਉਂ ਚਲ ਗਏ ਹੈਗੇ। ਐਸਜੀਪੀਸੀ ਤਾਂ ਇਹ ਸਾਡੀ ਗਾਈਡਿੰਗ ਸੰਸਥਾ ਹੈਗੀ ਆ ਨਾ। ਦੇਖੋ ਗੱਲ ਉਹੀ ਹੈ, ਜਦੋਂ ਤੁਹਾਡੇ ਛੋਟੇ ਛੋਟੇ ਪੋਲੀਟੀਕਲ ਮਫਾਦ ਹੁੰਦੇ ਨੇ ਨਾ, ਹੁਣ ਅਸੀਂ ਇੰਟਰਸਟ ਕੀ ਹੈ, ਇੰਟਰਸਟ ਧਰਮ ਦੀ ਜਿਹੜੀ ਹੈ ਪ੍ਰਭੂ ਸੱਤਾ ਕਾਇਮ ਕਰਨੀ ਕਿ ਸਿਆਸਤ 'ਚ ਆਪਣੀ ਪ੍ਰਭੂ ਸੱਤਾ ਕਾਇਮ ਕਰਨੀ, ਤੁਹਾਡਾ ਪ੍ਰਾਈਮ ਇਸ਼ੂ ਕੀ ਹੈ। ਜੇ ਤੁਹਾਡਾ ਪ੍ਰਾਈਮ ਇਸ਼ੂ ਸਿਆਸਤ ਨੂੰ ਚਮਕਾਣਾ ਹੈ ਤੇ ਫਿਰ ਨੈਚੁਰਲੀ ਗੱਲ ਕਿ ਬਾਕੀ ਸਾਰੀਆਂ ਚੀਜ਼ਾਂ ਨੂੰ ਟੂਲ ਵਜੋਂ ਵਰਤੋਗੇ। ਤੇ ਜੇ ਤੁਹਾਡਾ ਮਕਸਦ ਕਿ ਧਰਮ ਦੀ ਜਿਹੜੀ ਹੈ ਉਹ ਜੈ ਜੈਕਾਰ ਹੋਵੇ, ਹੈਨਾ, ਤੇ ਉਹ ਫਿਰ ਤੁਸੀਂ ਸਿਆਸਤ ਜਾਂ ਹੋਰ ਚੀਜ਼ਾਂ ਨੂੰ ਟੂਲ ਵਜੋਂ ਵਰਤੋਗੇ। ਅੱਜ ਜਿਹੜਾ ਸਿਸਟਮ, ਜਿਹੜਾ ਸਿਆਸਤ ਦਾ ਸਿਸਟਮ ਜਿਹੜਾ ਉਹ ਧਰਮ ਨੂੰ ਵਰਤ ਰਿਹਾ, ਉਹ ਕੱਲਾ ਸਿਰਫ ਸਾਡੇ ਧਰਮ ਨਹੀਂ ਹੈ। ਤੁਸੀਂ ਜਦੋਂ ਸਾਰੇ ਬੰਨੇ ਸਿਨੈਰੀਓ 'ਚ ਝਾਤੀ ਮਾਰਦੇ ਹੋ ਤੇ ਭਾਰਤ ਸਰਕਾਰ 'ਚ ਵੀ ਅੱਜ ਜੇ ਅਸੀਂ ਵੇਖੀਏ ਤੇ ਉੱਥੇ ਵੀ ਜਿਹੜਾ ਹੈ ਉਹ ਸਿਆਸਤ ਜਿਹੜੀ ਹੈ ਉਹ ਧਰਮ ਦੇ ਨਾਂ ਤੇ ਹੀ ਕੀਤੀ ਜਾ ਰਹੀ ਹੈ। ਉੱਥੇ ਵੀ ਸਾਰਾ ਹੀ ਚੱਲ ਰਿਹਾ ਹੈ, ਪੋਲਰਾਈਜੇਸ਼ਨ, ਮਤਲਬ ਜਲਦੀ ਗੁੰਮਰਾਹ ਹੋ ਜਾਂਦੇ ਹੈਗੇ ਧਰਮ ਦੇ ਨਾਂ ਤੇ ਸਿਆਸਤ ਕਰਨੇ ਕਰਕੇ। ਹਾਂਜੀ, ਹੁਣ ਇਹੀ ਕਾਰਨ ਹੈ ਕਿ ਇੱਥੇ ਵੀ ਜਦੋਂ ਸਿਆਸੀ ਬੰਦੇ ਜਿਹੜੇ ਨੇ ਉਹ ਆਪਣੇ ਸਿਆਸੀ ਮੁਫਾਦਾਂ ਲਈ ਜਿਹੜਾ ਹੈ ਉਹ ਧਰਮ ਨੂੰ ਵਰਤ ਰਹੇ ਨੇ, ਤੇ ਉਹਦੇ ਕਰਕੇ ਹੀ ਜਿਹੜੀ ਆ ਅੱਜ ਸਾਡੀਆਂ ਸੰਸਥਾਵਾਂ ਦੇ ਕੱਦ ਜਿਹੜੇ ਨੇ ਉਹ ਬੋਣੇ ਹੋ ਗਏ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾੜੀ ਨਹੀਂ ਹੈ, ਅਕਾਲ ਤਖਤ ਦਾ ਸਿਧਾਂਤ ਮਾੜਾ ਨਹੀਂ ਹੈ, ਪਰ ਉਹਨਾਂ ਤੇ ਜਦੋਂ ਬੰਦੇ ਛੋਟੇ ਕੱਦਾਂ ਵਾਲੇ ਬੈਠ ਜਾਂਦੇ ਨੇ ਤੇ ਉਹ ਅਲਟੀਮੇਟਲੀ ਸੰਸਥਾ ਨੂੰ ਵੀ ਲੈ ਡੁੱਬਦੇ ਨੇ। ਉਹ ਸੰਸਥਾ ਜਿਹੜੀ ਹੈ ਉਹ ਲੋਕਾਂ ਦੀ ਜਿਹੜੀ ਆ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦੀ, ਉਹ ਸਿਰਫ ਕਿਸੇ ਇੱਕ ਵਿਅਕਤੀ ਜਾਂ ਇੱਕ ਪਰਿਵਾਰ ਦੇ ਭਾਵਨਾਵਾਂ ਦੀ ਤਰਜਮਾਨੀ ਕਰਨ ਲੱਗ ਪੈਂਦੀ ਹੈ ਤੇ ਉਹ ਸੰਸਥਾਵਾਂ ਗਰਕ ਹੋ ਜਾਂਦੀਆਂ ਨੇ। ਇਹ ਮੈਂ ਹੁਣ ਤੁਹਾਨੂੰ ਜਿਵੇਂ ਡੇਰਾ ਸੌਦਾ ਸਾਹਿਬ ਜੇ ਉਹ ਐਪੀਸੋਡ ਸਾਰੇ ਲੋਕਾਂ ਨੂੰ ਪਤਾ ਹੈਗਾ, ਮੈਂ 2-4 ਵਾਰੀ ਡਿਸਕਸ ਵੀ ਕਰਦੇ ਹਾਂ। ਆਪਾਂ ਜਿਹੜੇ ਕੋਰ ਇਸ਼ੂਜ਼ ਤੇ ਆਈਏ, ਉਹ ਐਸਜੀਪੀਸੀ ਦੇ ਅੰਡਰ ਬਹੁਤ ਸਾਰੇ ਐਜੂਕੇਸ਼ਨਲ ਇੰਸਟੀਟਿਊਸ਼ਨ ਚੱਲਦੀਆਂ ਹੈਗੀਆਂ। ਅੱਜ ਕੱਲ ਦੇਖੋ ਆਲ ਇੰਡੀਆ ਲੈਵਲ ਕੰਪੀਟੀਸ਼ਨ ਦਾ ਜ਼ਮਾਨਾ ਹੈਗਾ, ਤੁਸੀਂ ਪੜ੍ਹੇ ਲਿਖੇ ਹੋ ਆਪ ਵੀ, ਉਹ ਬੜੀਆਂ ਕਮੇਟੀਆਂ ਵਿੱਚ ਵੀ ਮੈਂ ਤੁਹਾਨੂੰ ਦੇਖਿਆ ਹੈਗਾ ਕਿ ਜਿਹੜੇ ਐਸਜੀਪੀਸੀ ਦੇ ਸਕੂਲਾਂ ਕਾਲਜਾਂ ਵਿੱਚੋਂ ਪੜ੍ਹ ਕੇ ਕੋਈ IAS CS ਜਾਂ ਵੱਡੇ ਅਹੁਦਿਆਂ ਦੇ ਅਧਿਕਾਰੀ ਗਏ ਹੈਗੇ। ਪਹਿਲਾ ਇਹੋ ਸਵਾਲ ਹੈ ਮੈਨੂੰ। ਦੂਜਾ ਸਵਾਲ ਹੈ ਐਸਜੀਪੀਸੀ ਦਾ ਜਿਹੜਾ ਹੈਗਾ ਧਰਮ ਪ੍ਰਚਾਰ ਵਿੱਚ ਜੋ ਯੋਗਦਾਨ, ਸਾਰਾ ਪੰਜਾਬ ਪਿੰਡਾਂ ਦੇ ਤਾਂ ਖਾਸ ਤੌਰ ਤੇ ਤੁਹਾਡਾ ਇਲਾਕਾ ਦਾ ਜਿਹੜਾ ਬਾਰਡਰ ਬੈਲਟ ਨਸ਼ਾ ਹੀ ਬਣਿਆ ਫਿਰਦਾ ਹੈਗਾ, ਇਹ ਫਿਰ ਐਸਜੀਪੀਸੀ ਕਰਦੀ ਕੀ ਹੈ? ਦੋਨੋਂ ਸਵਾਲਾਂ ਦੇ ਜਵਾਬ ਮੈਨੂੰ ਦਿਓ। ਦੇਖੋ ਮੈਂ ਦੋਨੋਂ ਚੀਜ਼ਾਂ ਲਈ ਕੱਲਾ ਐਸਜੀਪੀਸੀ ਨੂੰ ਬਲੇਮ ਨਹੀਂ ਕਰਾਂਗਾ। ਅੱਛਾ ਜੀ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਐਜੂਕੇਸ਼ਨ ਜਿਹਨੂੰ ਕਹਿੰਦਾ ਨਾ ਐਟ ਪਾਰ ਐਕਸਲੈਂਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲਾਂ 'ਚੋਂ ਨਹੀਂ ਮਿਲ ਰਹੀ, ਕਿਉਂਕਿ ਸ਼੍ਰੋਮਣੀ ਕਮੇਟੀ ਦੇ ਜਿਹੜੇ ਕੁਝ ਅਧਿਕਾਰੀ ਜਿਨ੍ਹਾਂ ਇਹਨੂੰ ਗਵਰਨ ਕਰਦੇ ਆ, ਉਹਨਾਂ ਦਾ ਵਿਜ਼ਨ ਜਿਹੜਾ ਉਸ ਲੈਵਲ ਦਾ ਨਹੀਂ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸਕੂਲ ਨੇ ਉਹਨਾਂ 'ਚੋਂ ਕੁਝ ਇੱਦਾਂ ਦੇ ਜਿਹੜੀ ਹੈ ਤਿਆਰੀ ਕਰਾਈ ਜਾਵੇ ਕਿ ਉਹ ਸਮੇਂ ਦੇ ਹਾਣੀ ਬਣ ਸਕਣ। ਉੱਥੋਂ ਲੈ ਕੇ ਵਿਦਿਆ ਜਿਹੜੇ ਨਿਆਣੇ ਨੇ, ਜਿਹੜੇ ਉੱਥੋਂ ਦਾ ਯੂਥ ਪੜ੍ਹ ਕੇ ਨਿਕਲ ਰਿਹਾ, ਨੌਜਵਾਨ ਪੜ੍ਹ ਕੇ ਨਿਕਲ ਰਿਹਾ, ਉਹਦੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਅਸੀਂ ਉਸ ਸਮੇਂ ਦੇ ਹਾਣ ਦੀਆਂ ਇੰਸਟੀਟਿਊਸ਼ਨਸ ਨਹੀਂ ਕ੍ਰੀਏਟ ਕਰ ਸਕੇ, ਕਿਉਂਕਿ ਜੇ ਇੱਦਾਂ ਦੀ ਗੱਲ ਹੁੰਦੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲਾਂ ਦੇ ਬਾਹਰ ਐਡਮਿਸ਼ਨਸ ਲਈ ਲਾਈਨ ਲੱਗੀ ਹੁੰਦੀ। ਹਾਂ, ਪਰ ਹੁਣ ਉਹ ਮਜ਼ਬੂਤ ਵਾਲਾ ਜਾਂਦਾ। ਹੁਣ ਜਿਹੜੇ ਲੋਕਾਂ ਨੂੰ ਉਹ ਕੈਟਰ ਕਰ ਰਹੀ ਹੈ, ਉਹ ਵੀ ਮੈਂ ਨਹੀਂ ਕਹਾਂਗਾ ਕਿ ਉਹ ਸਕੂਲ ਕੁਝ ਲੋਕਾਂ ਦੀ ਮਦਦ ਨਹੀਂ ਹੋ ਰਹੀ, ਕਿਉਂਕਿ ਜਿਹੜਾ ਗਰੀਬ ਤਬਕਾ ਹੈ, ਜਿਹੜਾ ਸਰਕਾਰੀ ਸਕੂਲਾਂ 'ਚੋਂ
ਨਹੀਂ ਪੜ੍ਹਾਉਣਾ ਚਾਹੁੰਦਾ ਪਰ ਉਹਨੂੰ ਕੁਝ ਚੰਗਾ ਚਾਹੀਦਾ ਹੈ ਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲਾਂ 'ਚ ਆਪਣੇ ਬੱਚਿਆਂ ਨੂੰ ਪਾਉਂਦਾ, ਜਿੱਥੇ ਫੀਸਾਂ ਵੀ ਸ਼ਾਇਦ ਬਹੁਤ ਜ਼ਿਆਦਾ ਨਹੀਂ ਨੇ, ਪਰ ਹਾਂਜੀ ਜਿੱਥੇ ਫੀਸ ਘੱਟ ਹੋਣੀ ਵੱਧ ਹੋਣੀ ਇਹ ਸੈਕੰਡਰੀ ਇਸ਼ੂ ਹੈ। ਪ੍ਰਾਇਮਰੀ ਇਸ਼ੂ ਹੈ ਹਾਂਜੀ ਕਿ ਉੱਥੇ ਐਜੂਕੇਸ਼ਨ ਇਸ ਲੈਵਲ ਦੀ ਹੈਗੀ ਹੈ। ਉਹ ਮੈਨੂੰ ਲੱਗਦਾ ਹੈ ਕਿ ਅੱਜ ਇੱਕ ਘਾਟ ਜ਼ਰੂਰ ਹੈਗੀ ਹੈ। ਉਹ ਸਾਡੀਆਂ ਬਹੁਤ ਸਾਰੀਆਂ ਸਿੱਖ ਸੰਸਥਾਵਾਂ 'ਚ ਵੀ ਇਸ ਗੱਲ ਦੀ ਘਾਟ ਹੈ ਕਿ ਅਸੀਂ ਐਜੂਕੇਸ਼ਨ ਵਾਲੇ ਪਾਸੇ ਧਿਆਨ ਨਹੀਂ ਦਿੰਦੇ। ਦੂਸਰੀ ਗੱਲ ਤੁਸੀਂ ਕੀਤੀ ਕਿ ਬਾਰਡਰ ਬੈਲਟ ਦੇ ਉੱਤੇ ਨਸ਼ਾ ਬੜਾ ਹੈ, ਧਰਮ ਪ੍ਰਚਾਰ ਹਾਂਜੀ ਕਮੇਟੀ ਰਹੀ ਹੈ। ਦੇਖੋ, ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜੇ ਮੈਂ ਆਪਣੇ ਬੱਚੇ ਨੂੰ ਡਾਕਟਰ ਬਣਾਉਣਾ ਚਾਹੁੰਦਾ, ਇੰਜੀਨੀਅਰ ਬਣਾਉਣਾ ਚਾਹੁੰਦਾ, ਜੇ ਮੈਂ ਆਪਣੇ ਬੱਚੇ ਹਾਂਜੀ ਨੂੰ ਚੰਗੇ ਕਿਤੇ ਐਡਮਿਸ਼ਨ ਦਵਾਉਣਾ ਚਾਹੁੰਦਾ ਤੇ ਉਹਦੇ ਲਈ ਸਾਰੀ ਜਦੋਜਹਿਦ ਮਾਪਿਓ ਕਰਦੇ ਨੇ। ਪਰ ਹਾਂਜੀ ਜਦੋਂ ਧਰਮ ਨਾਲ ਜੋੜਨ ਦੀ ਗੱਲ ਆਉਂਦੀ ਹੈ, ਆਪਣੇ ਬੱਚਿਆਂ ਦੇ ਆਲੇ ਦੁਆਲੇ ਵਾਰਡ ਬਣ ਕੇ ਉਹਨਾਂ ਨੂੰ ਬੁਰਾ ਭਲਾ ਦੱਸਣ ਦੀ ਗੱਲ ਆਉਂਦੀ ਹੈ, ਉਦੋਂ ਅਸੀਂ ਉਂਗਲ ਸਿਰਫ ਜਿਹੜਾ ਕਿਸੇ ਨਾ ਕਿਸੇ ਸੰਸਥਾ 'ਚ ਚੁੱਕ ਦਿੰਦੇ ਹਾਂ ਕਿ ਉਹ ਸੰਸਥਾ ਨੇ ਕੰਮ ਨਹੀਂ। ਮੈਂ ਇਹ ਨਹੀਂ ਕਹਿੰਦਾ ਕਿ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹਨੂੰ ਮੈਂ ਕੋਈ ਐਗਜ਼ੋਨਰੇਟ ਕਰ ਰਿਹਾ, ਉਹਨਾਂ ਨੂੰ ਮੈਂ ਕੋਈ ਕਹਿ ਰਿਹਾ ਵੀ ਨਹੀਂ ਉਹਨਾਂ ਦਾ ਕਸੂਰ ਹੀ ਨਹੀਂ ਹੈ। ਉੱਥੇ ਵੀ ਹਾਂਜੀ ਸਿਸਟਮ ਪਲਾਨ ਨਹੀਂ ਹੈ। ਵਿੱਚ ਹਾਂਜੀ ਜਦੋਂ ਸਕੱਤਰ ਧਰਮ ਪ੍ਰਚਾਰ ਤੇ ਆਏ ਤੇ ਚੰਗੇ ਪਲਾਨ ਵੀ ਹੋਏ, ਪਰ ਅੱਛਾ ਉੱਥੇ ਪਲਾਨ ਨਹੀਂ ਹੈ, ਵਿੱਚ ਕੋਈ ਦੋ ਰਾਏ ਨਹੀਂ ਹੈ। ਪਰ ਹਾਂਜੀ ਮਾਪਿਓ ਨੇ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਉਹ ਪੜ੍ਹਾਈ ਤੱਕ, ਬੱਚੇ ਨੂੰ ਨੌਕਰੀ ਲਵਾਉਣ ਤੱਕ ਜਿਹੜੀ ਹੈ ਉਹ ਜਿਹੜੀ ਹੈ ਮਹਿਦੂਦ ਕਰ ਲਈ। ਉਹਨੂੰ ਧਰਮ ਦੀ ਗੱਲ, ਉਹਨੂੰ ਜਿਹੜਾ ਉਹ ਇਸ ਸਮਾਜ 'ਚ ਬੁਰਾ ਭਲਾ ਨਸ਼ਾ ਤੇ ਹੋਰ ਏਦਾਂ ਦੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਉਹਦੇ ਤੋਂ ਦੂਰੀ ਬਣਾ ਕੇ ਰੱਖਣ ਲਈ ਉਹਦੇ ਆਲੇ ਦੁਆਲੇ ਵਾਰਡ ਬਣ ਕੇ ਮਾਪਿਓ ਨਹੀਂ ਖੜੇ ਹੋਏ, ਕਿਉਂਕਿ ਹਾਂਜੀ ਅੱਜ ਯੁੱਗ ਹੈ ਤੇ ਮਾਪਿਓ ਦੋਵਾਂ ਨੂੰ ਜਿਹੜਾ ਹੈ ਉਹ ਪੈਸੇ ਕਮਾਉਣ ਲਈ ਘਰੋਂ ਬਾਹਰ ਜਾਣਾ ਪੈਂਦਾ ਹੈ ਤੇ ਬੱਚੇ ਜਿਹੜੇ ਨੇ ਉਹ ਉਹਨਾਂ ਕੋਲ ਇੱਕ ਜਿਹੜੀ ਹੈ ਸਮੇਂ ਦੀ ਆਜ਼ਾਦੀ ਮਿਲ ਜਾਂਦੀ ਹੈ ਤੇ ਉਹ ਕਿਸੇ ਵੀ ਚੀਜ਼ 'ਚ ਆਪਣੇ ਆਪ ਨੂੰ ਜਿਹੜਾ ਉਹ ਗਲਤਾਨ ਕਰ ਲੈਂਦੇ ਨੇ। ਇਹਦੇ ਲਈ ਜਿਹੜਾ ਕਲੈਕਟਿਵ ਐਫਰਟ ਹੈ ਸਰਕਾਰ ਦਾ, ਮਾਪਿਓ ਦਾ, ਗੁਰਦੁਆਰਾ ਸੰਸਥਾ ਦਾ, ਉਹ ਜ਼ਰੂਰੀ ਹੈ। ਜੇ ਨਹੀਂ ਹੋਏਗਾ ਕਲੈਕਟਿਵ ਐਫਰਟ ਤੇ ਉਨੀ ਦੇਰ ਤੱਕ ਇਹ ਜਿਹੜਾ ਹੈ ਸਭ ਕੁਝ ਠੀਕ ਨਹੀਂ ਕੀਤਾ ਜਾ ਸਕਦਾ। ਹਾਂ, ਇਹ ਦੋਨੋਂ ਗੱਲਾਂ ਠੀਕ ਨੇ, ਪਰ ਇਹਦੇ ਵਿੱਚ ਸਪਲੀਮੈਂਟਰੀ ਦੋ ਸਵਾਲ ਮੈਂ ਐਡ ਕਰਨਾ ਚਾਹੁੰਦਾ ਹਾਂ ਵੀ ਦੇਖੋ, ਐਸਜੀਪੀਸੀ ਕੋਲ ਬਜਟ ਵੀ ਠੀਕ ਹੈਗਾ। ਮੰਨ ਲਓ ਇਹਨਾਂ ਕੋਲ ਜਿਹੜੇ ਇਹਨਾਂ ਨੂੰ ਮੈਨੇਜਮੈਂਟ ਵਿੱਚ ਅੱਛੇ ਕੰਸਲਟੈਂਟ ਵੀ ਹਾਇਰ ਕਰ ਸਕਦੀ ਹੈ, ਜਿਹੜੇ ਉੱਦਾਂ ਦੀ ਜਿਹੜੀ ਦਿਸ਼ਾ ਨਿਰਦੇਸ਼ ਜਿਹੜੇ ਅੱਗੇ ਸਕੂਲਾਂ ਦੇ ਪ੍ਰਿੰਸੀਪਲ ਜਾਂ ਮੈਨੇਜਮੈਂਟਾਂ ਨੂੰ ਪਾਸ ਕਰ ਸਕਦੇ ਆ, ਇਦਾਂ ਦਾ ਐਕਸ਼ਨ ਕਰਨਾ ਚਾਹੀਦਾ ਸੀ। ਦੂਸਰਾ ਦੇਖੋ, ਜਿਹੜੇ ਬਾਰਡਰ ਬੈਲਟ ਦੇ ਪਿੰਡ ਮੈਂ ਕਿਤੇ ਕਿਤੇ ਵਿੱਚ ਜਾਣਾ ਰਹਿਣਾ ਹੈਗਾ, ਉਹ ਜੇ ਮਾਂ-ਬਾਪ ਇੰਨੇ ਸਣੇ ਹੋਣ ਫਿਰ ਤਾਂ ਉਹ ਕਿਸੇ ਸੰਸਥਾ ਦੀ ਉਹਨਾਂ ਨੂੰ ਲੋੜ ਹੀ ਨਹੀਂ ਹੈਗੀ। ਉਹਨਾਂ ਦੀ ਵਿਚਾਰੇ ਦੀਆਂ ਕਈ ਕਮੀਆਂ ਹੈਗੀਆਂ ਆਪਣੇ ਵਿੱਚ। ਹੁਣ ਮੈਂ ਕੀ ਦੱਸਾਂ ਤੁਹਾਨੂੰ। ਬਿਲਕੁਲ ਠੀਕ ਹੈ, ਮੈਂ ਸਹਿਮਤ ਹਾਂ। ਪਰ ਇੱਥੇ ਅੱਜ ਨਾ ਜਿਹੜਾ ਸਾਡਾ ਧਰਮ ਪ੍ਰਚਾਰਕ ਵੀ ਹੈ ਉਹਦਾ ਰੋਲ ਵੀ ਬਦਲਣ ਦੀ ਲੋੜ ਹੈ। ਉਹ ਫੈਸਿਲੀਟੇਟਰ ਤੇ ਕਾਉਂਸਲਰ ਵਾਲਾ ਰੋਲ ਚਾਹੀਦਾ ਹੈ, ਨਾ ਕਿ ਸਟੇਜਾਂ ਤੋਂ ਸਿਰਫ ਲੈਕਚਰ ਕਰਨ ਵਾਲਾ ਰੋਲ ਚਾਹੀਦਾ ਹੈ। ਇੰਡੀਵਿਜੂਅਲ ਹਾਂਜੀ ਟੱਚ ਹਾਂਜੀ ਉਹ ਮਿਸਿੰਗ ਹੈ। ਮੈਂ ਗੱਲ ਤੁਹਾਡੇ ਨਾਲ ਸਹਿਮਤ ਹਾਂ ਕਿ ਭਾਵੇਂ ਉਹ ਸ਼੍ਰੋਮਣੀ ਕਮੇਟੀ ਦਾ ਪ੍ਰਚਾਰਕ ਹੈ ਜਾਂ ਜਿਹੜੀਆਂ ਇੰਡੀਵਿਜੂਅਲ ਸੰਸਥਾਵਾਂ ਕੰਮ ਕਰ ਰਹੀਆਂ ਨੇ, ਉਹ ਇੱਕ ਜਿਹੜਾ ਪਰਸਨਲ ਟੱਚ ਚਾਹੀਦਾ ਸੀਗਾ, ਉਹ ਪਰਸਨਲ ਟੱਚ ਜਿਹੜਾ ਮਿਸਿੰਗ ਹੈ। ਸਟੇਜ ਲੱਗੀ ਹੈ, ਲੈਕਚਰ ਹੋ ਗਿਆ, ਸ਼ੇਰੇ ਮੰਜੀ ਸਾਹਿਬ ਤੋਂ ਕਥਾ, ਉਹ ਅਸੀਂ ਉਹਨੂੰ ਹੀ ਕਈ ਵਾਰੀ ਸਿਰਫ ਧਰਮ ਪ੍ਰਚਾਰ ਸਮਝ ਲੈਂਦੇ ਹਾਂ। ਤੇ ਹਰੇਕ ਬੰਦੇ ਨੂੰ ਸੇਮ ਦਵਾਈ ਨਹੀਂ ਦਿੱਤੀ ਜਾ ਸਕਦੀ। ਹਰੇਕ ਦੀਆਂ ਆਪਣਾ ਮੈਂਟਲ ਲੈਵਲ ਹੈ, ਹਰੇਕ ਦੀਆਂ ਆਪਣੀਆਂ ਮੁਸ਼ਕਲਾਂ ਨੇ। ਉਹਨੂੰ ਕਾਉਂਸਲ ਕਰਨ ਦੇ ਲਈ, ਫੈਸਿਲਿਟੇਟ ਕਰਨ ਦੇ ਲਈ ਸਾਨੂੰ ਜਿਹੜਾ ਆਪਣਾ ਰੋਲ ਜਿਹੜਾ ਹੈ ਪ੍ਰਚਾਰਕਾਂ ਨੂੰ ਕਨਵਰਟ ਕਰਨਾ ਪੈਣਾ। ਹਾਂਜੀ, ਇੱਕ ਮੈਂ ਮਾਫੀ ਮੰਗ ਕੇ ਸਵਾਲ ਪੁੱਛਦਾ ਹੈਗਾ, ਇਹ ਵੀ ਨੋਟਿਸ ਵਿੱਚ ਆਇਆ ਹੈਗਾ, ਪੇਪਰਾਂ ਵਿੱਚ ਵੀ ਆਉਂਦਾ ਹੈਗਾ, ਜਿੰਨੇ ਤੁਹਾਡੀ ਜਿਹੜੇ ਐਸਜੀਪੀਸੀ ਨੂੰ ਜਿਹੜੇ ਕੰਟਰੋਲ ਕਰਦੇ ਹੈਗੇ, ਉਹਨਾਂ ਦੇ ਜਿਹੜੇ ਸੀਨੀਅਰ ਆਫਿਸ ਬੀਰਰ ਜਾਂ ਬਹੁਤ ਸਾਰਿਆਂ ਦੇ ਮੈਂਬਰਾਂ ਦੇ ਬੱਚੇ ਵੀ ਸ਼ਰਾਬ ਪੀਂਦੇ ਹੈਗੇ ਆ, ਦਾੜੀ ਵਗੈਰਾ ਕੱਟਦੇ ਹੈਗੇ ਆ। ਕਈਆਂ ਤੇ ਤਾਂ ਇਦਾਂ ਦੇ ਕਈ ਇਲਜ਼ਾਮ ਆਉਂਦੇ ਹੈਗੇ। ਇਹਦੇ ਤੇ ਫੈਕਟ ਜਾਂ ਅਖਬਾਰੀ ਸਟੇਟਮੈਂਟ ਇਹੋ ਮੈਂ ਦੇਖਿਆ ਹੈ ਕਿ ਕਿਸੇ ਦੀ ਪਰਸਨਲ ਜ਼ਿੰਦਗੀ 'ਚ ਝਾਕ ਤਾਂ ਕੇ ਤਾਂ ਵੇਖਿਆ ਨਹੀਂ ਗਿਆ ਹਾਲੇ ਤੱਕ, ਨਾ ਹੀ ਮੈਂ ਤਾਂ ਨਹੀਂ ਦੇਖਿਆ ਘੱਟੋ ਘੱਟ। ਪਰ ਅੱਛਾ ਜਿਹੜੀਆਂ ਕਹਿ ਰਹੇ ਹੋ ਇਹ ਗੱਲਾਂ ਸਾਡੇ ਤੱਕ ਵੀ ਇਸ ਤਰ੍ਹਾਂ ਹੀ ਆਉਂਦੀਆਂ ਨੇ। ਕੁਝ ਅੱਛਾ ਜੀ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਬਹੁਤਾਤ ਮੈਂਬਰ ਇਸ ਤਰ੍ਹਾਂ ਨਹੀਂ ਨੇ। ਮੈਨੂੰ ਇਸ ਤਰ੍ਹਾਂ ਲੱਗਦਾ ਅੱਛਾ ਕੋਈ ਦੋ ਚਾਰ ਹੋਣਗੇ ਜਿਨ੍ਹਾਂ ਕਰਕੇ ਸਾਰੀ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਬਦਨਾਮ ਹੋ ਜਾਂਦੀ ਹੈ। ਪਰ ਹਾਂਜੀ ਜਿਹੜੇ ਚੰਗੇ ਨੇ ਉਹ ਵੀ ਕਈ ਵਾਰੀ ਨਹੀਂ ਬੋਲਦੇ, ਜਿਹਦੇ ਕਰਕੇ ਉਹਨਾਂ ਦਾ ਰੋਲ ਵੀ ਜਿਹੜਾ ਕੁਐਸਚਨ ਮਾਰਕ ਬਣ ਜਾਂਦਾ।
ਇੱਕ ਮੈਨੂੰ ਹੋਰ ਗੱਲ ਦੱਸੋ, ਚਲੋ ਇਹ ਜਿਹੜਾ ਲਿਫਾਫਾ ਕਲਚਰ ਸੀ ਪ੍ਰਧਾਨ ਦਾ ਨਿਕਲਣ ਦਾ, ਇਹ ਕਦੋਂ ਕੁ ਸ਼ੁਰੂ ਹੋਇਆ ਹੈਗਾ? ਆਬਵੀਅਸਲੀ ਟੌਰਾ ਸਾਹਿਬ ਤੋਂ ਬਾਅਦ ਹੀ ਹੋਇਆ ਹੈਗਾ ਵੀ ਜਿਹੜੀ ਐਗਜ਼ੈਕਟਿਵ ਕਮੇਟੀ ਬਣਦੀ ਹੈਗੀ ਉਹ ਵੀ ਲਿਫਾਫੇ ਚੋਂ ਨਿਕਲਦੀ ਕਿ ਜਾਂ ਕੋਈ ਮੈਰਿਟ ਨਾਲ ਬਣਦੀ ਹੈਗੀ ਆ? ਦੇਖੋ, ਮੈਨੂੰ ਨਹੀਂ ਲੱਗਦਾ ਕਿ ਕੋਈ ਮੈਰਿਟ ਨਾਲ ਬਣਦੀ ਆ ਇਹ ਸਾਰਾ। ਹਾਂਜੀ ਅੱਗੇ ਆਪਾਂ ਗੱਲ ਕੀਤੀ ਹੈ ਸ਼ੁਰੂਆਤ ਦੇ ਵਿੱਚ, ਜਦੋਂ ਡਿਸੀਜਨ ਪੋਲੀਟੀਕਲ ਨੇ ਤੇ ਫਾਇਦਾ ਪੋਲੀਟੀਕਲ ਦੇਖਿਆ ਜਾਣਾ ਤੇ ਉਦੋਂ ਧੜੇ, ਜਾਤਾਂ, ਰਿਸ਼ਤੇਦਾਰੀਆਂ, ਉਹਨਾਂ ਸਾਰਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਜਿਹੜੀ ਹੈ ਉਹ ਫਾਰਮੇਸ਼ਨ ਕੀਤੀ ਜਾਂਦੀ ਹੈ ਤੇ ਉਹ ਪੋਲੀਟੀਕਲ ਸੂਟੇਬਿਲਿਟੀ ਮੁਤਾਬਕ ਕੀਤੀ ਜਾਂਦੀ ਹੈ। ਉਹਦੇ 'ਚ ਧਰਮ ਤਾਂ ਪ੍ਰਵੇਲ ਹੀ ਨਹੀਂ ਕਰਦਾ। ਹਾਂਜੀ ਹਾਂਜੀ, ਹਾਂ ਠੀਕ ਹੈ, ਬਹੁਤ ਅੱਛਾ ਜਵਾਬ ਹੈ ਤੁਹਾਡਾ। ਇੱਕ ਇਹਦੇ ਨਾਲ ਹੀ ਹੋਰ ਦੱਸੋ, ਕਿਤੇ ਕਿਤੇ ਵੀ ਅਸੀਂ ਐਲੀਗੇਸ਼ਨ ਸੁਣਦੇ ਹੈਗੇ ਆ ਕਿਉਂਕਿ ਮਾਸ ਲੈਵਲ ਤੇ ਪਰਚੇਜ਼ ਹੁੰਦੀ ਹੈਗੀ ਆ, ਹੋਰ ਬੜੀ ਵੱਡੀਆਂ ਜਿਹੜੀਆਂ ਮਤਲਬ ਇੱਕ ਬੜਾ ਵੱਡਾ ਇੱਕ ਸੰਸਥਾ ਹੈਗੀ ਆ, ਇਹਦੇ ਵਿੱਚ ਕੁਝ ਕਰਪਸ਼ਨ ਦਾ ਵੀ ਬੋਲਬਾਲਾ ਹੈਗਾ ਕਿ ਜਾਂ ਐਵੇਂ ਹੀ ਲੋਕੀ ਅਫਵਾਹਾਂ ਹੀ ਫੈਲਾਉਂਦੇ ਰਹਿੰਦੇ ਹੈਗੇ ਆ? ਇਹ ਕੀ ਦੇਖਿਆ ਤੁਸੀਂ? ਇਹਦੇ 'ਚ ਦੇਖੋ, ਜਦੋਂ ਐਡੀ ਵੱਡੀ ਸੰਸਥਾ ਹੈ, ਬਹੁਤ ਸਾਰੇ EMPLOYEE ਨੇ ਹਾਂਜੀ ਤੇ ਤਾਂ ਅਸੀਂ ਜਿਹੜੇ ਸਮਾਜ ਚੋਂ ਆਏ ਆ, ਉਹ ਸਮਾਜ ਦੀ ਹਾਂਜੀ ਬਣ ਇਸ ਵੇਲੇ ਸਾਰੀ ਜਿਹੜੀ ਹੈ ਉਹ ਬਿਲਕੁਲ ਡਿਫਰੈਂਟ ਤਰ੍ਹਾਂ ਦੀ ਹੈ। ਜਦੋਂ ਤੱਕ ਉਹ ਇੱਕ ਮੈਨੂੰ ਪੁਰਾਣੀ ਸ਼ਾਇਦ ਰੋਟੀ ਫਿਲਮ ਦਾ ਗਾਣਾ ਸੀ, ਜਿਸ ਨੇ ਪਾਪ ਨਾ ਕੀਆ ਉਹ ਪਾਪੀ ਨਾ ਹੋ, ਜਿਹਨੇ ਪੱਥਰ ਪਹਿਲਾਂ ਕਹਿੰਦਾ ਉਹ ਮਾਰੇ। ਹੁਣ ਸਵਾਲ ਫਿਰ ਜੋ ਆ ਰਹੇ ਆ, ਉਹ ਸਮਾਜ 'ਚ ਜਦੋਂ ਜਦੋਂ ਜਿਹਨੂੰ ਜਿਹੜਾ ਮੌਕਾ ਲੱਗਦਾ ਹੈ ਉਹ ਸੋਚਦਾ ਹੈ ਕਿ ਮੈਨੂੰ ਕੋਈ ਨਹੀਂ ਵੇਖ ਰਿਹਾ ਤੇ ਮੈਂ ਕੁਝ ਵੀ ਕਰ ਹਾਂ ਸਕਦਾ, ਉਹ ਭਾਵੇਂ ਤੁਸੀਂ ਹੋ, ਬਿਲਕੁਲ, ਮੈਂ ਜਾਂ ਕੋਈ ਹੋਰ ਹੈ। ਪਰ ਹਾਂ ਇਹ ਜਨਸਮਾਜੀ ਹਿੱਸਾ ਹੈਗਾ, ਬਿਲਕੁਲ। ਹਾਂ, ਪਰ ਜਦੋਂ ਤੁਸੀਂ ਕਿਸੇ ਧਾਰਮਿਕ ਸੰਸਥਾ ਨਾਲ ਜੁੜੇ ਹੁੰਦੇ ਹੋ, ਜਦੋਂ ਕਿਸੇ ਧਾਰਮਿਕ ਸੰਸਥਾ 'ਚ ਕੰਮ ਕਰ ਰਹੇ ਹੁੰਦੇ ਹੋ, ਉਹਨੂੰ ਮੈਨੇਜ ਕਰ ਰਹੇ ਹੁੰਦੇ ਹੋ, ਉੱਥੇ ਮੈਨੂੰ ਲੱਗਦਾ ਹੈ ਕਿ ਬੰਦੇ ਨੂੰ ਰਿਸਟ੍ਰੇਨ ਕਰਨਾ ਚਾਹੀਦਾ ਹੈ, ਕਿਉਂਕਿ ਉਦੋਂ ਤੁਹਾਨੂੰ ਸਾਰੇ ਹੀ ਵੇਖ ਰਹੇ ਹੁੰਦੇ ਨੇ ਤੇ ਜੇ ਕੋਈ ਨਹੀਂ ਹਾਂਜੀ ਵੇਖ, ਘੱਟੋ ਘੱਟ ਜਿਹੜੀ ਸੰਸਥਾ ਦਾ ਮੂਲ ਆਧਾਰ ਹੈ ਕਿ ਉਹ ਧਰਮ ਦੀ ਸੰਸਥਾ ਹੈ ਤੇ ਉੱਥੇ ਤੁਹਾਨੂੰ ਰੱਬ ਤੇ ਵੇਖ ਹੀ ਰਿਹਾ। ਇਹ ਪਿੱਛੇ ਜੇ ਹਾਂਜੀ ਵੀ ਸਾਹਿਬ ਦਾ ਇੱਕ ਸੀਗਾ, ਪਰ ਸ਼੍ਰੋਮਣੀ ਕਮੇਟੀ ਨੇ ਉੱਤੇ ਤੁਰੰਤ ਉਹ ਜਿਹੜਾ ਬੰਦੇ ਸਸਪੈਂਡ ਵੀ ਕੀਤੇ ਸਮੇਂ ਸਿਰ। ਮੈਂ ਤਕਰੀਬਨ 16-17 ਸਾਲ ਮੈਂਬਰ ਰਿਹਾ ਸੀ, ਬਹੁਤ ਸਾਰੇ ਇਦਾਂ ਦੇ ਕੇਸਿਸ ਫੜਦੇ ਸੀਗੇ, ਕਰਪਸ਼ਨ ਵਾਲੇ ਕਰਦੇ ਸੀਗੇ, ਉਹਨਾਂ ਅੱਛਾ ਨੂੰ ਸਜ਼ਾਵਾਂ ਵੀ ਮਿਲਦੀਆਂ ਸੀਗੀਆਂ। ਪਰ ਕਿਤੇ ਨਾ ਕਿਤੇ ਆ ਕੇ ਕੁਝ ਪੋਲੀਟੀਕਲ ਬੰਦੇ ਇਨਫਲੂਐਂਸ ਕਰਕੇ ਉਹਨਾਂ ਬੰਦਿਆਂ ਨੂੰ ਰੀਇਨਸਟੇਟ ਵੀ ਕਰਾ ਜਾਂਦੇ ਸੀ। ਮੈਂ ਇਸ ਗੱਲ ਤੋਂ ਅੱਛਾ ਵੀ ਮੁਕਤ ਨਹੀਂ ਹੋਵਾਂਗਾ, ਹੈਨਾ। ਹਾਂਜੀ ਇਹ ਤਾਂ ਉਹੀ ਗੱਲ ਹੈ। ਫਿਰ ਮੈਂ ਕਿ ਜਦੋਂ ਪਿੰਡ ਦਾ ਬੰਦਾ ਜਿਹੜਾ ਉਹ ਸਰਪੰਚ ਕੋਲ ਗਿਆ, ਜੀ ਮੇਰਾ ਤੇ ਮੁੰਡੇ ਨੇ ਕੁਝ ਕੀਤਾ ਨਹੀਂ ਜੀ, ਤੇ ਸਰਪੰਚ ਮੰਤਰੀ ਚਲੇ ਗਿਆ ਤੇ ਮੰਤਰੀ ਨੇ ਸ਼੍ਰੋਮਣੀ ਕਮੇਟੀ ਦੇ ਕਮਜ਼ੋਰ ਪ੍ਰਧਾਨ ਤੇ ਦਬਕਾ ਮਾਰ ਕੇ ਤੇ ਕੰਮ ਕਰਵਾ ਲਿਆ। ਤੇ ਹਾਂਜੀ ਇਹ ਆਪਣੇ ਆਪ 'ਚ ਕੋ ਫਿਰ ਉਹੀ ਵਿਸ਼ੇਸ਼ ਸਰਕਲ ਬਣਿਆ ਹੋਇਆ। ਇਹਦੇ ਲਈ ਉਹੀ ਸਮਾਜ ਦੇ ਲੋਕ ਉੱਥੇ ਨੌਕਰੀਆਂ ਕਰ ਰਹੇ ਨੇ, ਜਿਹੜੇ ਸਮਾਜ ਇਟਸੈਲਫ ਸਾਰਾ ਕੁਝ ਜਿਹੜਾ ਉਹ ਡੀਜਨਰੇਟ ਹੋ ਰਿਹਾ ਤੇ ਉੱਥੇ ਵੀ ਡੀਜਨਰੇਟ ਹੋ ਰਿਹਾ। ਇਹਦੇ ਲਈ ਮੈਨੂੰ ਇਹ ਲੱਗਦਾ ਹੈ ਕਿ ਸਾਨੂੰ ਸਿਸਟਮ ਜਿਹੜੇ ਨੇ ਉਹ ਡਬਲ ਚੈੱਕ ਸਿਸਟਮ ਬਣਨੇ ਚਾਹੀਦੇ ਨੇ, ਫੂਲ ਪ੍ਰੂਫ ਸਿਸਟਮ ਬਣਨੇ ਚਾਹੀਦੇ ਨੇ, ਜਿਹੜੇ ਕਿਸੇ ਵੀ ਸਰਕਾਰੀ ਅਦਾਰਾ ਹੋਵੇ, ਭਾਵੇਂ ਸ਼੍ਰੋਮਣੀ ਕਮੇਟੀ ਦਾ ਹੋਵੇ ਜਾਂ ਕੋਈ ਹੋਰ ਸੰਸਥਾ ਹੈ, ਉਹਦੇ 'ਚ ਅੱਜ ਤੱਕ ਅਸੀਂ ਡਬਲ ਚੈੱਕ ਸਿਸਟਮ ਜਿਹੜਾ ਪਬਲਿਕ 'ਚ ਸਾਰੀ ਗੱਲ ਖੋਲ ਕੇ ਡਿਸੀਜ਼ਨ ਲੈਣ ਦੀ ਜਿਹੜੀ ਗੱਲ ਹੈ ਉਹ ਅਸੀਂ ਨਹੀਂ ਕਰ ਪਾਏ। ਅੱਛਾ, ਇੱਕ ਹੋਰ ਬੜੀ ਅਨਫੋਰਚੂਨੇਟ, ਸਾਨੂੰ ਅਸੀਂ ਥੋੜੇ ਦਿਨਾਂ ਤੋਂ ਖਬਰ ਸੁਣ ਰਹੇ ਹਾਂ 267 ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜੇ ਆ ਉਹ ਮਿਸਿੰਗ ਹੈਗੇ ਆ। ਇਹ ਵੀ ਬਹੁਤ ਸਾਰੇ ਜਗ੍ਹਾ ਇਨਫੋਰਮੇਸ਼ਨ ਆਉਂਦੀ ਹੈ ਕਿ ਬਹੁਤ ਸਾਰੇ ਜਿਹੜੇ ਸੋਕ ਡੇਰੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਵੀ ਰੱਖੇ, ਇਹ ਦੱਸਣ ਲਈ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਫੋਲੋ ਕਰਦੇ ਹਾਂ, ਪਰ ਉੱਥੇ ਹੁੰਦੀ ਉਹਨਾਂ ਦੀ ਇੰਡੀਵਿਜੂਅਲ ਸਰਦਾਰੀ ਆਪਣੀ, ਉਹ ਇੱਕ ਆਪਣੀ ਪਾਰਟੀਕੂਲਰ ਵਿਚਾਰਧਾਰਾ ਪ੍ਰਮੋਟ ਕਰਦੇ ਹੈਗੇ ਆ। ਇੱਕ ਇਹ ਤਾਂ ਉਹੀ ਗੱਲ ਹੋ ਗਈ ਜਿਵੇਂ ਇੱਕ ਕੋਈ ਬੈਂਕ ਹੈਗਾ, ਪਤਾ ਲੱਗਾ ਉਹਦੇ ਕੈਸ਼ ਵਿੱਚੋਂ ਕੋਈ ਪੈਸੇ ਜਿਹੜਾ ਹੈਗਾ ਕੈਸ਼ ਬਾਕਸ ਵਿੱਚੋਂ ਪੈਸੇ ਕੱਢ ਕੇ ਲੈ ਗਿਆ। ਇਹ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰੱਖਣੇ ਹੈਗੇ ਆ, ਉਹਦਾ ਇੱਕ ਬਹੁਤ ਵੈਲ ਗਾਰਡਡ ਹੋਣਾ ਚਾਹੀਦਾ ਹੈਗਾ। ਕਿਵੇਂ ਉਹਦਾ ਪ੍ਰੋਸੀਜਰ ਹੈਗਾ? ਇਹ ਕੀ ਕਨਸਪੀਰੇਸੀ ਹੋ ਗਈ ਤੁਹਾਡੇ ਹਿਸਾਬ ਨਾਲ? ਇਹ ਨੋਟਿਸ ਕਿਉਂ ਨਹੀਂ ਆਈ ਹੈਗੀ? ਦੇਖੋ, ਇਹ ਬੜੀ ਮੰਦਭਾਗੀ ਗੱਲ ਹੈ। ਹਾਂਜੀ ਇਹਨੂੰ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ 'ਚ ਉਣਤਾਈ ਹੈ। ਗੁਰੂ ਗ੍ਰੰਥ ਹਾਂਜੀ ਸਾਹਿਬ ਸਾਡੇ ਇਸ਼ਟ ਨੇ, ਸਾਡੇ ਜਗਤ ਜੋਤ ਗੁਰੂ ਨੇ ਉਹ, ਤੇ ਉਹਦੀ ਸਤਿਕਾਰ 'ਚ ਉਣਤਾਈ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਰਿਕਾਰਡ ਜਿਹੜਾ ਹੈ ਉੱਥੇ ਗੋਲਡਨ ਹਾਂਜੀ ਆਫਸੈਟ ਪ੍ਰੈਸ ਗੁਰੂ ਗ੍ਰੰਥ ਸਾਹਿਬ ਭਵਨ ਦਾ ਆਪਸ 'ਚ ਮਿਲ ਨਹੀਂ ਰਿਹਾ। ਇਹ ਬੜੀ ਮੰਦਭਾਗੀ ਗੱਲ ਹੈ ਤੇ ਇਹਦੇ ਤੇ ਪਰਦਾ ਪਾਉਣਾ ਵੀ ਓਨਾ ਹੀ ਮੰਦਭਾਗਾ।
ਕਿਉਂਕਿ ਹਾਂ ਬਿਲਕੁਲ। ਇਹ ਕੋਈ ਘਟਨਾ ਵਾਪਰੀ ਹੈ, ਕਿਸੇ ਦੀ ਅਣਗਹਿਲੀ ਕਰਕੇ ਵਾਪਰੀ ਹੈ, ਤੇ ਇਹਦਾ ਜਿਹੜਾ ਉਹ ਸੰਸਾਰ ਅੱਗੇ ਖੁੱਲ ਕੇ ਗੱਲ ਰੱਖਣੀ ਚਾਹੀਦੀ ਸੀ। ਤੇ ਸ਼੍ਰੋਮਣੀ ਕਮੇਟੀ ਨੂੰ ਆਪਣੇ ਆਪ ਹੀ ਜਿਹੜਾ ਉਹ ਜਿਹੜੇ ਲੋਕ ਸੰਬੰਧਿਤ ਜਿਹੜੇ ਜ਼ਿੰਮੇਵਾਰ ਨੇ, ਜਿਨ੍ਹਾਂ ਦੇ ਉੱਤੇ ਸਾਰਾ ਭਰੋਸਾ ਪ੍ਰਗਟਾ ਕੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੋਈ ਹੈ ਉੱਥੇ ਗੁਰੂ ਗ੍ਰੰਥ ਸਾਹਿਬ ਭਵਨ ਦੀ, ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਸੀ। ਪਰ ਹੋਇਆ ਕਿ ਜਦੋਂ 16 ਦੇ ਵਿੱਚ ਉੱਥੇ ਜਿਹੜਾ ਕੁਝ ਸ਼ਾਰਟ ਸਰਕਟ ਸੀ ਜਾਂ ਕੀ ਕਾਰਨ ਸੀ, ਤੇ ਗੁਰੂ ਗ੍ਰੰਥ ਸਾਹਿਬ ਕੁਝ ਬੀੜਾਂ ਜਿਹੜੀਆਂ ਨੇ ਉਹ ਅਗਨ ਭੇਟ ਹੋ ਗਈਆਂ, ਕੁਝ ਜਿਹੜੀਆਂ ਨੇ ਅੱਗ ਨੂੰ ਬੁਝਾਉਣ ਲਈ ਪਾਣੀ ਦੇ ਨਾਲ ਜਿਹੜੀਆਂ ਉਹ ਖਰਾਬ ਹੋ ਗਈਆਂ। ਉਹਨਾਂ ਨੂੰ ਉਦੋਂ ਜੋ ਅੱਜ ਹੁਣ ਸਾਰੀ ਖਬਰ ਸਾਹਮਣੇ ਆਉਂਦੀ ਹੈ ਕਿ ਉਹ ਰਿਕਾਰਡ ਤੇ ਨਹੀਂ ਲਿਆਂਦਾ ਗਿਆ ਕਿ ਕਿੰਨੀਆਂ ਬੀੜਾਂ ਜਿਹੜੀਆਂ ਨੇ ਉਹਨਾਂ ਦਾ ਨੁਕਸਾਨੀਆਂ ਗਈਆਂ, ਤੇ ਨਾ ਹੀ ਪ੍ਰੋਸੀਜਰ ਹੈ ਕਿ ਗੋਇੰਦਵਾਲ ਸਾਹਿਬ ਜਾ ਕੇ ਉਹਨਾਂ ਨੂੰ ਸੰਸਕਾਰ ਕੀਤਾ ਜਾਂਦਾ ਹੈ। ਤੇ ਉੱਥੇ ਵੀ ਕਹਿੰਦੇ ਆ ਕਿ ਦਰਜ ਨਹੀਂ ਕੀਤੀਆਂ ਗਈਆਂ, ਕਿਉਂਕਿ ਮੈਂ ਰਿਕਾਰਡ ਤਾਂ ਦੇਖਿਆ ਨਹੀਂ, ਪਰ ਜੋ ਹਿਊਮਨ ਰਾਈਟਸ ਵਾਲਿਆਂ ਨੇ, ਸਰਬਜੀਤ ਸਿੰਘ ਵੇਰਕਾ ਨੇ, ਜਸਟਿਸ ਅਜੀਤ ਸਿੰਘ ਬੈਂਸ ਹੋਰਾਂ ਨੇ ਜੋ ਰਿਕਾਰਡਸ ਪ੍ਰੈਜ਼ੈਂਟ ਕੀਤੇ, ਉਹਦੇ ਮੁਤਾਬਕ ਤੇ ਗੱਲ ਹੈ। ਹਾਂਜੀ, ਜੋ ਸ਼੍ਰੋਮਣੀ ਕਮੇਟੀ ਨੇ ਇਹ ਗੱਲ ਕਹੀ ਕਿ ਇਹਦੇ ਚੋਂ ਸਿਰਫ 14 ਸਰੂਪ ਜਾਂ 13 ਸਰੂਪ ਜਿਹੜੇ ਨੇ ਉਹ ਨੁਕਸਾਨੇ ਗਏ ਸੀ, ਤੇ ਪਰ 253 ਅੱਜ ਵੀ ਮਿਸਿੰਗ ਨੇ। ਹੁਣ ਜਿਹੜੀ ਵੱਡੀ ਤਰਾਸਦੀ ਹੈ ਉਹ ਇਹ ਹੈ ਕਿ ਸ਼੍ਰੋਮਣੀ ਕਮੇਟੀ ਦੇ ਸਪਸ਼ਟੀਕਰਨ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਤੇ ਜਿਹੜੀ ਇਨਕੁਆਇਰੀ ਕੋਈ ਵੀ ਕਰੇ ਉਹਦੇ ਤੇ ਲੋਕਾਂ ਦਾ ਵਿਸ਼ਵਾਸ ਹਟ ਗਿਆ। ਤੁਸੀਂ ਦੇਖੋ ਅੱਧ ਕਿੱਥੇ ਆ ਗਿਆ, ਨਹੀਂ ਤੇ ਸ਼੍ਰੋਮਣੀ ਕਮੇਟੀ ਨਿਗਾਹ ਵਿੱਚ ਥੱਲੇ ਹੋ ਗਈ ਹੈ ਨਾ, ਆਪ ਹੀ ਆਪਣਾ ਸੱਚ ਅੱਗੇ ਰੱਖ ਦਿੰਦੇ ਤੇ ਕੋਈ ਮਾੜੀ ਗੱਲ ਨਹੀਂ। ਗਲਤੀ ਤੁਹਾਡੇ ਤੋਂ ਵੀ ਹੋ ਸਕਦੀ ਹੈ, ਮੇਰੇ ਤੋਂ ਵੀ ਹੋ ਸਕਦੀ ਹੈ, ਤੇ ਬਖਸ਼ਣ ਆ ਰਿਹਾ, ਗੁਰੂ ਬਖਸ਼ਣ ਆ ਰਿਹਾ, ਉਹ ਸਾਰੀ ਗੱਲ ਨੂੰ ਖੋਲ ਕੇ ਅੱਗੇ ਰੱਖਿਆ ਜਾ ਸਕਦਾ ਸੀਗਾ। ਅੱਜ ਬਾਹਰੋਂ ਦੋ ਵਿਅਕਤੀ ਜਸਟਿਸ ਨਮਿਤਾ ਸਿੰਘ ਤੇ ਸਰਦਾਰ ਈਸ਼ਰ ਸਿੰਘ ਹੋਰਾਂ ਦੀ ਡਿਊਟੀ ਲੱਗੀ ਹੈ, ਤੇ ਨੈਚੁਰਲੀ ਹੈ ਹੁਣ ਥੋੜੇ ਦਿਨਾਂ 'ਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ। ਪਰ ਅਸੀਂ ਜਿਹੜੇ ਸਵਾਲ ਨੇ ਉਹ ਖੜੇ ਨੇ ਕਿ ਜੇ ਉਦੋਂ ਕੁਝ ਅਗਨ ਭੇਟ ਹੋਏ ਤੇ ਉਹਨਾਂ ਦੇ ਰੈਮੀਡੀਅਲ ਮੈਜਰਸ ਕੀ ਲਿੱਤੇ ਗਏ ਕਿ ਅੱਗੋਂ ਜਿਹੜਾ ਦੁਬਾਰਾ ਇਹ ਘਟਨਾ ਨਾ ਵਾਪਰੇ। ਅੱਜ ਉੱਥੇ ਅਖਬਾਰਾਂ 'ਚ ਆ ਗਿਆ ਜੀ ਕਿ CCTV ਕੈਮਰੇ ਨਹੀਂ ਨੇ। ਉਹ ਕਿਉਂ ਨਹੀਂ ਨੇ? ਜੇ ਅਸੀਂ ਲੋਕਾਂ ਨੂੰ 2015 'ਚ ਜਦੋਂ 20 ਕੈਮਰੇ ਲਾਉਣੇ ਚਾਹੀਦੇ ਹੈਗੇ ਜੀ, ਨਹੀਂ ਜਦੋਂ ਬਰਗਾੜੀ ਕਾਂਡ ਹੁੰਦਾ ਤੇ ਉਦੋਂ ਤੇ ਅਸੀਂ ਲੋਕਾਂ ਨੂੰ ਕਹਿੰਦੇ ਆ ਕਿ ਤੁਸੀਂ ਗੁਰਦੁਆਰਿਆਂ 'ਚ ਲਾਓ। ਜਿੱਥੇ ਹਜ਼ਾਰਾਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਪਈਆਂ ਉੱਥੇ ਕੈਮਰੇ ਨਹੀਂ ਲਾਏ ਹੋਣਗੇ ਇਹਨਾਂ ਨੇ, ਤੇ ਜੇ ਨਹੀਂ ਲਾਏ ਜ਼ਿੰਮੇਵਾਰ ਆ ਕਿਉਂ ਨਹੀਂ ਲੱਗੇ? ਇਹ ਬਹੁਤ ਸਾਰੀਆਂ ਗੱਲਾਂ ਨੇ ਜਿਹਦੀਆਂ ਪਰਤਾਂ ਜਿਹੜੀਆਂ ਨੇ ਉਹ ਖੁੱਲ ਕੇ ਆਣੀਆਂ ਨੇ। ਈਵਨ ਜਿਹੜੇ ਵਿਅਕਤੀ ਨੇ ਇਹ ਸਾਰਾ ਮਾਮਲਾ ਕਮਲਜੀਤ ਸਿੰਘ ਜਿਹਦੇ ਬਾਰੇ ਕਿਹਾ ਜਾਂਦਾ ਸ਼ੱਕ ਦੇ ਦਾਇਰੇ 'ਚ ਹੋਏਗਾ, ਉਹਨੂੰ ਐਕਸਪੈਕਟ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹਨੇ ਵੀ ਆਪਣੀ ਰਿਟਾਇਰਮੈਂਟ ਤੇ ਆ ਕੇ ਸਾਰੀਆਂ ਗੱਲਾਂ ਦੱਸੀਆਂ ਨੇ। ਉਹਨੇ ਜਦੋਂ ਸਰਵਿਸ ਦੇ ਦੌਰਾਨ ਸੀਗੀਆਂ ਉਦੋਂ ਕਿਉਂ ਨਹੀਂ ਇਹਨਾਂ ਗੱਲਾਂ ਨੂੰ ਜਿਹੜਾ ਸਾਹਮਣੇ ਲਿਆਂਦਾ? ਇੱਕ ਮਿੰਟ ਮਾਫ ਕਰਦਾ, SGPC ਦਾ ਵਿਜੀਲੈਂਸ ਵਿੰਗ ਨਹੀਂ ਹੁੰਦਾ ਹੈਗਾ? ਮੈਂ ਆਪਣੀ ਨੌਲੇਜ ਲਈ ਪੁੱਛ ਰਿਹਾ, ਜਾਂ ਆਡਿਟ ਦਾ ਤਾਂ ਮੈਨੂੰ ਪਤਾ ਸਾਲ ਬਾਅਦ ਆਡਿਟ ਨਹੀਂ ਹੁੰਦੇ ਪੂਰੇ ਜਿਹੜਾ ਸਾਰੇ ਸਿਸਟਮ ਮਹਿਕਮੇ? ਬਿਲਕੁਲ ਹੁੰਦਾ, ਆਡਿਟ ਹੁੰਦਾ, ਉਹ ਬਕਾਇਦਾ ਹਰ ਚੀਜ਼ ਹੁੰਦੀ ਹੈ। ਉਹਦਾ ਵੀ ਹੁਣ ਸਾਰਾ ਖੁਲਾਸਾ ਜਿਹੜਾ ਉਹ ਜਦੋਂ ਇਨਕੁਆਇਰੀ ਕਰਨਗੇ ਉਹਦੇ 'ਚ ਹਰ ਰਿਕਾਰਡ ਨੂੰ ਚੈੱਕ ਕਰਨਗੇ, ਕਿੰਨੇ ਕਾਗਜ਼ ਆਇਆ, ਕਿੰਨੀ ਛਪਾਈ ਹੋਈ, ਕਿੰਨੇ ਪੈਸੇ ਦਿੱਤੇ ਗਏ, ਕਿਉਂਕਿ ਜਿਹੜਾ ਉਹ ਸ਼੍ਰੋਮਣੀ ਕਮੇਟੀ ਵੱਲੋਂ ਪੈਸੇ ਗੋਲਡਨ ਆਫਸੈਟ ਪ੍ਰੈਸ ਨੂੰ ਜਾਂਦੇ ਨੇ, ਭਾਵੇਂ ਦੋਵੇਂ ਅਦਾਰੇ ਆਪਣੇ ਨੇ। ਉਹ ਕਿੰਨੇ ਪੈਸੇ ਦਿੱਤੇ ਗਏ, ਕਿੰਨੇ ਬੀੜਾਂ ਜਿਹੜੀਆਂ ਨੇ ਉਹ ਰਿਸੀਵ ਕਰਕੇ ਉੱਥੇ ਦਰਜ ਹੋਈਆਂ, ਉਹ ਸਟਾਕ ਜਿਹੜਾ ਹੈ ਉੱਥੋਂ ਫਿਰ ਕਿੰਨੀਆਂ ਉੱਥੋਂ ਨਿਕਲਦੀਆਂ ਨੇ, ਕਿਸ ਤਰ੍ਹਾਂ ਕਿਸੇ ਨੂੰ ਦਿੱਤੀਆਂ ਜਾਂਦੀਆਂ ਨੇ, ਉਹਦਾ ਬਕਾਇਦਾ ਰਿਕਾਰਡ ਰੱਖਿਆ ਜਾਂਦਾ ਸਾਰਾ ਕੁਝ। ਆਪਣੇ ਘਰ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲੈਣੀ ਹੋਵੇ, ਮੈਂ ਲੈਣੀ ਹੋਵੇ, ਤੇ ਮੇਰੇ ਘਰ ਦੀ ਪਹਿਲੇ ਬਕਾਇਦਾ ਪੜਚੋਲ ਕੀਤੀ ਜਾਂਦੀ ਹੈ, ਫਿਰ ਇਲਾਕੇ ਦਾ ਮੈਂਬਰ ਉਹਨੂੰ ਰਿਕਮੈਂਡ ਕਰਦਾ, ਫਿਰ ਸਕੱਤਰ ਆਗਿਆ ਕਰਦਾ, ਫਿਰ 5 ਵਿਅਕਤੀ ਜਾ ਕੇ ਉੱਥੋਂ ਬਕਾਇਦਾ ਬੀੜ ਲੈ ਕੇ ਆਉਂਦੇ ਨੇ। ਇਹ ਆਪਣੇ ਆਪ ਇੱਕ ਪ੍ਰੋਸੀਜਰ ਹੈ, ਤੇ ਇਸ ਪ੍ਰੋਸੀਜਰ ਨੂੰ ਮਾਈਨਸ ਕਰਕੇ 253 ਜੇ ਆਪਾਂ ਮੰਨ ਲਈਏ ਕਿ 14 ਨੁਕਸਾਨੇ ਗਏ, ਤੇ 253 ਕਿੱਦਾਂ ਨਿਕਲ ਗਏ? ਇਹਦਾ ਨਿਕਲ ਗਏ ਤੇ ਉੱਥੇ ਕੋਈ ਆ ਵੀ ਸਕਦਾ ਸੀ ਕਿਤੇ, ਇਹ ਤੇ ਨਹੀਂ ਜਿਹੜੇ ਨੁਕਸਾਨੇ ਗਏ ਉਹ ਵੀ ਕਿਸੇ ਨੇ ਆ ਕੇ ਨੁਕਸਾਨੇ ਹੋਣ। ਇਹ ਬੜੀ ਵੱਡੀ ਜਿਹੜੀ ਹੈ, ਜਿਹਨੂੰ ਕਹੀਦਾ ਕਿ ਉੱਥੇ ਕੁਤਾਹੀ ਹੈ, ਇਹ ਬੇਅਦਬੀ ਹੈ। ਇਹਦੇ ਤੇ ਜਿਹੜੇ ਨੇ ਉਹ ਸਾਰੇ ਜ਼ਿੰਮੇਵਾਰ ਵਿਅਕਤੀ ਉਸ ਸਮੇਂ ਦੇ ਜਿਨ੍ਹਾਂ ਨੇ ਜਿਨ੍ਹਾਂ ਕੋਲ ਪ੍ਰਬੰਧ ਸੀਗਾ ਉਹਨਾਂ ਦੀ ਪੁੱਛਗਿੱਛ ਬਣਦੀ ਹੈ, ਤੇ ਜਿਹੜਾ
ਇਹਦੇ ਲਈ ਜ਼ਿੰਮੇਵਾਰ ਨਿਕਲੇ। ਕੱਲੀ ਧਾਰਮਿਕ ਸਜ਼ਾ ਨਹੀਂ ਲੱਗਣੀ ਚਾਹੀਦੀ, ਉਹਦੇ ਤੇ ਕਾਨੂੰਨੀ ਕਾਰਵਾਈ ਵੀ ਹੋਣੀ ਚਾਹੀਦੀ ਹੈ। ਇਹ ਕ੍ਰਿਮੀਨਲ ਅਫੈਂਸ, ਹਾਂਜੀ। ਅੱਛਾ, ਇੱਕ ਇੱਕ ਗੱਲ ਮੈਨੂੰ ਹੋਰ ਦੱਸੋ, ਇਹ ਮੰਨ ਲਓ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਹੈਗੇ ਪ੍ਰੈਜ਼ੈਂਟ ਟਾਈਮ ਤੇ, ਇਹ ਵੀ ਲੋਕੀ ਲਾਉਂਦੇ ਆ ਵੀ SCPC ਜੇ ਧਰਮ ਪ੍ਰਚਾਰ ਪ੍ਰੋਪਰਲੀ ਕਰਦੀ ਤੇ ਜਿਹੜਾ ਡੇਰਾ ਕਲਚਰ ਪੰਜਾਬ ਵਿੱਚ ਪ੍ਰਮੋਟ ਨਹੀਂ ਸੀ ਹੋਣਾ ਹੈਗਾ। ਉਹ ਜਿਹੜੇ ਲੋਕੀ, ਤੁਹਾਨੂੰ ਪਤਾ ਹੀ ਨਹੀਂ ਕਿੰਨਾ ਵੱਡਾ ਰਿਚ ਜਿਹੜਾ ਹੈਗਾ ਧਾਰਮਿਕ ਕਲਚਰ ਆ ਉਹਨਾਂ ਦੇ ਗੁਰੂਆਂ ਦਾ, ਉਹ ਇਹਨਾਂ ਡੇਰੇ ਦੇ ਚੱਕਰ ਵਿੱਚ ਫਸ ਜਾਂਦੇ ਹੈਗੇ ਆ। ਕਦੀ SCPC ਵੱਲੋਂ ਇਹ ਰਿਵਿਊ ਕੀਤਾ ਗਿਆ ਹੈਗਾ ਵੀ ਕਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈਗਾ ਤੇ ਐਕਚੁਅਲੀ ਉਹ ਡੇਰਾ ਕੀ ਪ੍ਰੀਚ ਕਰਦਾ? ਕਈ ਤਾਂ ਗਲਤ ਆਪਣੇ ਤਰੀਕੇ ਨਾਲ ਅਰਥ ਕਰਕੇ ਲੋਕਾਂ ਨੂੰ ਉਧਰ ਆਪਣੇ, ਜਿਵੇਂ ਮੇਰੇ ਵਰਗਾ ਬੰਦਾ ਆਪਣੇ ਨਾਲ ਲਾਈ ਜਾਂਦਾ ਹੈਗਾ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਮੈਨੂੰ ਇੱਕ ਮਾਸ ਮੂਵਮੈਂਟ ਚੱਲਣੀ ਚਾਹੀਦੀ ਹੈ, ਮੇਰੀ ਨਜ਼ਰ 'ਚ ਤੇ ਨਹੀਂ ਪਈ, ਪਰ ਇਹ ਇੱਕ ਮਾਸ ਮੂਵਮੈਂਟ ਚੱਲਣੀ ਚਾਹੀਦੀ ਹੈ। ਕੁਝ ਇਲਾਕੇ 'ਚ ਕੁਝ ਮੈਂਬਰਾਂ ਨੇ ਜਿਹੜਾ ਹੈ ਉਹ ਘਰਾਂ ਘਰਾਂ 'ਚ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਜਿੱਥੇ ਭੀੜਾਂ ਨੇ ਆਪਣੇ ਇਲਾਕਿਆਂ 'ਚ ਇਹ ਕੰਮ ਕਰਵਾਇਆ। ਉਹ ਧੰਨਤਾ ਦੇ ਯੋਗ ਨੇ, ਉਹਨਾਂ ਨੂੰ ਸ਼ਾਬਾਸ਼ ਮਿਲਣੀ ਚਾਹੀਦੀ ਹੈ। ਪਰ ਇਹ ਵੱਡੇ ਪੱਧਰ ਦੇ ਉੱਤੇ, ਕਿਉਂਕਿ ਮੈਂਬਰ ਤਾਂ ਸਿਰਫ ਪੰਜਾਬ 'ਚ ਨੇ, ਜੇ ਸਾਰੇ ਕਰ ਵੀ ਲੈਣਗੇ, ਇਹ ਵੱਡੇ ਪੱਧਰ ਤੇ ਇੱਕ ਮੁਹਿੰਮ ਚੱਲਣੀ ਚਾਹੀਦੀ ਹੈ। ਮੈਨੂੰ ਏਦਾਂ ਲੱਗਦਾ ਕਿ ਅਕਾਲ ਤਖਤ ਸਾਹਿਬ ਨੂੰ ਅਗਵਾਈ ਲੈ ਕੇ ਕੁਝ ਵਿਅਕਤੀ ਜਿਹੜੇ ਨੇ ਇਲਾਕਾ ਵਾਈਜ਼ ਥਾਪਣੇ ਚਾਹੀਦੇ ਨੇ, ਤੇ ਲੋਕਾਂ ਨੂੰ ਇਹ ਗੱਲ ਕਹਿਣੀ ਚਾਹੀਦੀ ਹੈ ਕਿ ਵਿਦਿਨ ਦਿਸ ਪੀਰੀਅਡ ਤੁਸੀਂ ਤੁਹਾਡੇ ਕੋਲ ਜਿਹੜੀ ਵੀ ਗੁਰੂ ਮਹਾਰਾਜ ਦੀ ਭੀੜ ਹੈਗੀ ਹੈ ਉਹਨੂੰ ਅਥੈਂਟੀਕੇਟ ਕਰਾਉਣ ਦੇ ਲਈ ਕਿ ਇਹ ਤੁਹਾਡੇ ਕੋਲ ਹੈਗੀ ਹੈ, ਤੇ ਇੱਕ ਸਰਟੀਫਿਕੇਟ ਜਿਹੜਾ ਉਹ ਭੀੜ ਦੇ ਨਾਲ ਪੇਸਟ ਹੋਣਾ ਚਾਹੀਦਾ ਤੇ ਉਹ ਗਿਣਤੀ 'ਚ ਆ ਜਾਵੇ, ਤਾਂ ਕਿ ਕੱਲ ਨੂੰ ਕੋਈ ਵੀ ਕਿਤੇ ਵੀ ਬੇਅਦਬੀ ਹੋਵੇ ਤੇ ਪਤਾ ਲੱਗ ਜਾਏ ਕਿ ਕਿਹੜੀ ਜਗ੍ਹਾ ਤੋਂ ਕਿਹੜੀ ਭੀੜ ਮਿਸਿੰਗ ਹੈ। ਨੰਬਰਿੰਗ ਕਰਦੇ ਉਹਨਾਂ ਦੀ, ਹੈ ਨਾ, ਪਤਾ ਲੱਗ ਜਾਏਗਾ ਨਾ। ਉਹਦੇ ਲਈ ਇੱਕ ਜਿਹੜਾ ਸਿਸਟਮ ਕ੍ਰੀਏਟ ਕਰਨਾ ਪੈਣਾ, ਉਹ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਮੈਨੂੰ ਲੱਗਦਾ ਕਿ ਅਗਵਾਈ ਕਰਕੇ, ਕਿਉਂਕਿ ਇਸ ਵੇਲੇ ਜਿਹੜੀਆਂ ਗੁਰੂ ਸਾਹਿਬ ਦੀਆਂ ਭੀੜਾਂ ਨੇ ਉਹ ਤਾਂ ਸਾਰੇ ਸੰਸਾਰ 'ਚ ਨੇ, ਤੇ ਉਹਨਾਂ ਨੂੰ ਕਰਨ ਸਾਰੇ ਸੰਸਾਰ ਨੂੰ ਦਾ ਦਾਇਰਾ ਬੰਨਣਾ ਪੈਣਾ। ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਸਿਰਫ ਪੰਜਾਬ, ਹਰਿਆਣਾ ਤੇ ਹਿਮਾਚਲ ਤੱਕ ਹੀ ਰਹਿ ਜਾਂਦੀ ਹੈ। ਇਸ ਕਰਕੇ ਸੰਗਤ ਨੂੰ, ਦੇ ਨੁਮਾਇੰਦਿਆਂ ਨੂੰ ਇਨਵੋਲਵ ਕਰਨਾ ਪਏਗਾ। ਚਲੋ ਇੱਕ ਲਾਸਟ ਸਵਾਲ, ਬਾਕੀ ਡਿਟੇਲ ਵਿੱਚ ਤਾਂ ਫੇਰ ਕਰਾਂਗੇ, ਪ੍ਰੋਗਰਾਮ ਲੰਬਾ ਹੋ ਰਿਹਾ ਹੈ। ਤੁਹਾਡੀ ਜਿਹੜੀ ਅਕਾਲ ਪੁਰਖ ਦੀ ਫੌਜ ਹੈ, ਇਹਦੇ ਵਿੱਚ ਕੀ ਕਰਦੇ ਹੋ ਤੁਸੀਂ? ਇੱਦਾਂ ਦਾ ਇਨੀਸ਼ੀਏਟਿਵ ਕਿਉਂ ਨਹੀਂ ਲੈਂਦੇ ਹੈਗੇ? ਤੁਸੀਂ ਤਾਂ SCPC ਨਾਲ ਬੜੇ ਸਾਲ ਜੁੜੇ ਰਹੇ ਹੋ। ਦੇਖੋ, ਇਸ ਤਰ੍ਹਾਂ ਕਿ ਇਹ ਕਾਰਜ ਅਸੀਂ ਸਹਿਯੋਗੀ ਹਾਂ ਪੰਥ ਦੇ। ਅਸੀਂ ਜਿੰਨੀਆਂ ਵੀ ਸੰਸਥਾਵਾਂ ਹੁੰਦੀਆਂ ਨੇ ਉਹ ਪੰਥ ਦੇ ਸਿਧਾਂਤ ਦੀ ਪਹਿਰੇਦਾਰੀ ਲਈ ਸਹਿਯੋਗੀ ਨੇ, ਪਰ ਜਿਹੜਾ ਮੁੱਖ ਰੋਲ ਹੈ ਉਹ ਅਕਾਲ ਤਖਤ ਸਾਹਿਬ ਦਾ ਹੁੰਦਾ ਹੈ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸਾਡੀ ਸਰਮੋਰ ਸੰਸਥਾ ਹੈ। ਉਹਦੇ 'ਚ ਸਮੇਂ ਸਿਰ ਚੰਗੇ ਬੰਦੇ ਵੀ ਰਹੇ ਨੇ, ਸਮੇਂ ਸਿਰ ਮਾੜੇ ਬੰਦੇ ਵੀ ਆਏ, ਫਿਰ ਚੰਗੇ ਵੀ ਨੇ, ਮਾੜੇ ਚੰਗਿਆਂ ਦਾ ਸੁਮੇਲ ਵੀ ਹੈ ਉੱਥੇ ਸਾਰਾ। ਇਸ ਕਰਕੇ ਉਹ ਸੰਸਥਾਵਾਂ ਨੇ ਮੋਢੀ ਰੋਲ ਕਰਨਾ ਹੈ, ਕਿਉਂਕਿ ਤਦੇ ਉਹ ਮੋਢੀ ਉਹਨਾਂ ਦੇ ਸਹਿਯੋਗੀ ਵਜੋਂ ਇਸ ਕਾਰਜ ਦੇ ਵਿੱਚ ਤਾਂ ਜਿਹੜਾ ਉਹ ਪਾਰਟਿਸਿਪੇਟ ਕੀਤਾ ਜਾ ਸਕਦਾ, ਪਰ ਇਹਨੂੰ ਸਿਰਫ ਸ਼੍ਰੋਮਣੀ ਅਕਾਲ ਪੁਰਖ ਦੀ ਫੌਜ ਜਾਂ ਕੋਈ ਹੋਰ ਇੰਡੀਵਿਜੂਅਲ ਸੰਸਥਾ ਜਿਹੜਾ ਉਹ ਅਕਾਲ ਤਖਤ ਦਾ ਬਦਲ ਜਾਂ ਸ਼੍ਰੋਮਣੀ ਕਮੇਟੀ ਦਾ ਬਦਲ ਨਹੀਂ ਬਣ ਸਕਦੀ। ਇੱਕ ਲਾਸਟ ਸਵਾਲ, ਬਿਲਕੁਲ, ਇਹ ਜਿੰਨੀਆਂ ਪਹਿਲੀਆਂ ਇਨਕੁਆਇਰੀ, ਹੁਣ ਉਹ ਬੜਾ ਲੰਬਾ ਚੌੜਾ ਹੋ ਜਾਣਾ ਹੈਗਾ, ਉਹ ਵੀ ਅੰਡਰ ਵੈਸਟਡ ਇੰਟਰਸਟ ਦੇ ਵਿੱਚ ਹਸ਼ਪ ਕੀਤੀਆਂ ਗਈਆਂ। ਇਹਦੀ ਕੀ ਗਰੰਟੀ ਆ ਵੀ ਇਹ ਜਿਹੜੇ 2 ਜੱਜਸ ਦਾ ਪੈਨਲ ਲਾਇਆ ਹੈਗਾ, ਇਹ ਸਹੀ ਇਨਕੁਆਇਰੀ ਇਹਨਾਂ ਨੂੰ ਕਰਨ ਦਿੱਤੀ ਜਾਏਗੀ ਕਿ ਨਹੀਂ ਦਿੱਤੀ ਜਾਏਗੀ? ਉਹ ਇਸ ਤਰ੍ਹਾਂ ਹੈ ਕਿ ਪਹਿਲੀਆਂ ਇਨਕੁਆਇਰੀਆਂ ਮੈਂਬਰਸ ਕਰਦੇ ਸੀ ਜਾਂ ਅਹੁਦੇਦਾਰ ਕਰਦੇ ਆ ਜਾਂ ਉੱਥੋਂ ਮੁਲਾਜ਼ਮ ਕਰਦੇ ਸੀ, ਉਹ ਇਨਫਲੂਐਂਸ ਹੋ ਸਕਦੇ ਸੀ, ਉਹ ਇਨਫਲੂਐਂਸ ਆ ਜਾਂਦੇ ਸੀ। ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਪਹਿਲੀ ਵਾਰ ਹੋਇਆ ਕਿ ਸ਼੍ਰੋਮਣੀ ਕਮੇਟੀ ਦੇ ਕਿਸੇ ਕਾਰਜ ਦੀ ਇਨਕੁਆਇਰੀ ਬਾਹਰੋਂ ਕੀਤੀ ਜਾ ਰਹੀ ਹੈ, ਪਰ ਜਿਹੜਾ ਵਿਚਕਾਰ ਇਹ ਗੱਲ ਸਾਹਮਣੇ ਆਉਣ ਤੇ ਅੱਜ ਦੇ ਵਿਚਕਾਰ ਜਿਹੜਾ ਸਮਾਂ ਪੈ ਗਿਆ, ਉਹਦੇ ਵਿਚਕਾਰ ਕਿਤੇ ਇਹ ਤੇ ਨਹੀਂ ਕਿ ਸਾਰੇ ਜਿਹੜੇ ਸਬੂਤ ਨੇ ਨਸ਼ਟ ਕਰ ਦਿੱਤੇ ਹੋਣ ਜਾਂ ਉਹਨਾਂ ਨੂੰ ਜਿਹੜਾ ਉਹ ਅੱਖੋਂ ਪਰੇ ਕਰ ਦਿੱਤਾ ਹੋਇਆ ਹੋਵੇ। ਉਹ ਇੱਕ ਆਪਣੇ ਆਪ 'ਚ ਕੁਐਸਚਨ ਹੋਏਗਾ ਇਨਕੁਆਇਰੀ ਦੇ ਅੱਗੇ, ਜਿਹੜਾ ਹੈ ਉਹ ਸਾਰੇ ਤੱਥ ਜਿਹੜੇ ਨੇ ਉਹ ਸਾਹਮਣੇ ਆਉਣਗੇ ਕਿ ਨਹੀਂ ਆਉਣਗੇ, ਇਹਦੇ ਤੇ ਇੱਕ ਵੱਡਾ ਸਵਾਲ ਹੈ। ਪਰ ਮੈਨੂੰ ਇਨਕੁਆਇਰੀ ਕਮੇਟੀ ਦੇ ਉੱਤੇ ਯਕੀਨ ਹੈ, ਕਿਉਂਕਿ ਮੈਂ ਸਰ ਈਸ਼ਰ ਸਿੰਘ ਹੋਰਾਂ ਨੂੰ ਲੰਮੇ ਸਮੇਂ ਤੋਂ ਜਾਣਦਾ। ਉਹ ਅਪਰਾਈਟ ਪਰਸਨ ਨੇ ਤੇ ਉਹ ਡੈਫੀਨੇਟਲੀ ਉਹ ਕਿਸੇ ਦੇ ਇਨਫਲੂਐਂਸ 'ਚ ਆਉਣ ਵਾਲੇ ਨਹੀਂ ਨੇ, ਤੇ ਉਹ ਚੰਗਾ ਜਿਹੜਾ ਉਹ ਕੋਈ ਰਿਜ਼ਲਟ ਨਿਕਲੇਗਾ।
ਪਰ ਬਸ਼ਰਤੇ ਕਿ ਉੱਥੇ ਸਾਰਾ ਕੁਝ ਨਸ਼ਟ ਨਾ ਕਰ ਦਿੱਤਾ ਹੋਵੇ, ਜਿਵੇਂ CCTV ਕੈਮਰਿਆਂ ਦੀ ਗੱਲ ਆਈ। ਪਰ ਮੈਂ ਨਾਲ ਇਹ ਗੱਲ ਸਮਝਦਾ ਇਹਦੇ ਚੋਂ ਕਿ ਜੇ ਉੱਥੇ ਪ੍ਰੂਫ ਨਾ ਮਿਲਣ, ਉੱਥੇ CCTV ਕਵਰੇਜ ਨਾ ਮਿਲੇ, ਤੇ ਫਿਰ ਵੇਲੇ ਦੇ ਅਧਿਕਾਰੀਆਂ ਨੂੰ ਜਿਹੜਾ ਉਹ ਕੁਐਸਚਨ ਮਾਰਕ ਲਾ ਕੇ ਤੇ ਉਹਨਾਂ ਨੂੰ ਜਿਹੜਾ ਉਹਨਾਂ ਦੇ ਖਿਲਾਫ ਇਨਕੁਆਇਰੀ ਰਿਪੋਰਟ ਹੋਣੀ ਚਾਹੀਦੀ ਹੈ, ਕਿਉਂਕਿ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ। ਬੋਲੇਗਾ ਹਰ ਪਾਸੇ ਰਿਕਾਰਡ ਤਾਂ ਬੋਲੇਗਾ ਜੇ CCTV ਕੈਮਰੇ ਨਹੀਂ ਹੈਗੇ। ਹਾਂ, ਨਹੀਂ ਜੀ, ਉੱਥੇ ਜਿਹੜੇ ਬੰਦੇ ਜਾ ਕੇ ਬਾਅਦ ਚੋਂ ਇਹ ਸਾਰੇ ਨੂੰ ਹਸ਼ਪ ਕਰਦੇ ਰਹੇ ਨੇ, ਉਹ ਵੀ CCTV ਹੈ ਨਾ, ਉਹ ਵੀ ਗੈਪ ਕਰ ਦਿੱਤੀ ਗਈ ਹੋਏਗੀ। ਇਹ ਤਾਂ ਜਿਹੜੀ ਵੀ CCTV ਫੁਟੇਜ ਵਿੱਚੋਂ ਨਾ ਮਿਲੇ, ਜਿਹੜਾ ਵੀ ਸੰਬੰਧਿਤ ਅਧਿਕਾਰੀ ਉੱਥੇ ਜ਼ਿੰਮੇਵਾਰ ਹੈ, ਉਹਦੇ ਖਿਲਾਫ ਕਾਰਵਾਈ ਨਾਲ ਹੀ ਹੋਣੀ ਚਾਹੀਦੀ। ਬਿਲਕੁਲ ਬਿਲਕੁਲ। ਚਲੋ ਜਸਵਿੰਦਰ ਸਿੰਘ ਜੀ, ਤੁਸੀਂ ਬਹੁਤ ਵਧੀਆ ਗੱਲਾਂ ਕਹੀਆਂ ਹੈਗੀਆਂ। ਇਹ ਅਸਲ ਵਿੱਚ ਜਿਹੜੀਆਂ ਗੱਲਾਂ ਕਹੀਆਂ ਹੈਗੀਆਂ, ਇਹ ਮੈਂ ਜਦੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾਣਾ, ਲੋਕੀ ਮੈਨੂੰ ਸਵਾਲ ਕਰਦੇ ਹੈਗੇ ਕਿਤੇ ਕਿਤੇ ਵਿੱਚ ਜਿਹੜਾ ਮੈਨੂੰ ਪਤਾ ਹੁੰਦਾ ਮੈਂ ਕਹਿ ਦਿੰਦਾ। ਇਹ ਬਹੁਤ ਸਾਰੇ ਸਵਾਲ ਜਿਹੜੇ ਤੁਹਾਡੇ ਪਹਿਲੀ ਵਾਰੀ ਇਹ ਖੁੱਲ੍ਹ ਕੇ ਡਿਸਕਸ਼ਨ ਹੋਈ। ਮੈਨੂੰ ਉਮੀਦ ਆ ਜਿਹੜੇ ਦਰਸ਼ਕ ਸਾਡੇ ਪ੍ਰੋਗਰਾਮ ਦੇਖ ਰਹੇ ਹੈਗੇ, ਉਹਨਾਂ ਦੇ ਮਨ 'ਚੋਂ ਵੀ ਕਾਫੀ ਡਾਊਟਸ ਕਲੀਅਰ ਹੋਣਗੇ। ਗਾਂ ਵੀ ਅਸੀਂ ਮਿਲਦੇ ਰਹਾਂਗੇ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।